ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਏਕਾ ਮਾਈ ਜੁਗਤ ਵਿਆਈ, ਤਿਨ ਚੇਲੇ ਪਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਏਕਾ ਮਾਈ ਜੁਗਤ ਵਿਆਈ, ਤਿਨ ਚੇਲੇ ਪਰਵਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲਾ ਸਚਨੋਂ ਵਡਿਆਈ ਵਿਚਾਰ ਦੇ ਰੂਪ ਦੇ ਅੰਦਰ ਗੁਰੂ ਕਾ ਪਾਵਨ ਦਰਸ਼ਨ, ਨਮਸਕਾਰ, ਦੰਡੋਤ ਵੰਦਨ ਅਨਕਵਾਰ। ਸਰਬ ਕਲਾ ਸਮਰੱਥ, ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹੱਥ। ਪਾਵ ਸੁਹਾਵੇ ਜੋ ਤੋ ਤਿਰ ਜਲਦੇ, ਸੀਸ ਸੁਹਾਵਾ ਚਰਨੇ। ਮੁਖ ਸੁਹਾਵਾ ਜੋ ਤੋ ਜਸ ਗਾਵੇ, ਜੀਉ ਪਿਆ ਤਾ ਸ਼ਰਨੇ। ਪੈਰ ਸਫਲੇ ਹੁੰਦੇ ਹਨ ਗੁਰੂ ਵੱਲ ਚੱਲ ਕੇ, ਸੀਸ ਸਫਲਾ ਹੁੰਦਾ ਹੈ ਨਮਸਕਾਰ ਕਰਕੇ, ਮੱਥਾ ਟੇਕ ਕੇ। ਮੁਖ ਸਫਲਾ ਹੁੰਦਾ ਹੈ ਗੁਰੂ ਦਾ ਜਸ ਕਰਕੇ, ਅਤੇ ਮਨ ਜੀਵਾਤਮਾ ਇਨਸਾਨ ਗੁਰੂ ਦੀ ਸ਼ਰਨ ਵਿੱਚ ਪੈ ਕੇ ਧੰਨ ਹੋ ਜਾਂਦਾ ਹੈ। ਇਸ ਦਾ ਜੀਵਨ ਸਫਲ ਹੋ ਜਾਂਦਾ ਹੈ। ਸੋ ਇਸ ਕਰਕੇ ਗੁਰੂ ਮਹਾਰਾਜਿਆਂ ਦੇ ਦਰਸ਼ਨ ਪਰਸਨ ਕਰਕੇ, ਗੁਰੂ ਮਹਾਰਾਜਿਆਂ ਦੀ ਸੇਵਾ ਕਰਕੇ, ਸ੍ਰੀ ਜਪਜੀ ਸਾਹਿਬ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਕੇ, ਫਿਰ ਆਸਾ ਜੀ ਦੇ ਵਾਰ ਦੇ ਕੀਰਤਨ ਅਤੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਪ੍ਰਭੂ ਦਾ ਸਿਮਰਨ, ਗੁਰੂ ਦੇ ਬਖਸ਼ੇ ਹੋਏ ਸ਼ਬਦ ਦਾ, ਨਾਮ ਦਾ, ਗੁਰਮੰਤਰ ਦਾ ਜਾਪ। ਊਠਤ ਬੈਠਤ ਹਰ ਹਰ ਧਿਆਈਏ, ਆਨੰਦਨ ਸੋ ਕਿਰਤ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੋ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜੋ ਵਿਚਾਰ ਚੱਲ ਰਹੀ ਹੈ ਸ੍ਰੀ ਜਪਜੀ ਸਾਹਿਬ, ਜੋ ਨਿਤਨੇਮ ਦੀ ਬਾਣੀ ਹੈ, ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪ੍ਰਮੁੱਖ ਬਾਣੀ ਹੈ। ਦਸ਼ਮੇਸ਼ ਪਿਤਾ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਹੈ, ਉਦੋਂ ਵੀ ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਹੀ ਪੜ੍ਹਿਆ ਹੈ। ਸੋ ਜਪਜੀ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਬਹੁਤ ਗੋਚ ਉਪਦੇਸ਼ ਜੋ ਹੈ ਸਤਿਗੁਰੂ ਜੀ ਨੇ ਇਹ ਬਖਸ਼ਿਆ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਦੇ ਰੂਪ ਦੇ ਵਿੱਚ ਸਨ, ਤਾਂ ਪੁੱਛਿਆ ਸੀ ਕਿ ਮੂਲ ਮੰਤਰ ਤੇ ਫਿਰ ਮਾਲਾ ਮੰਤਰ। ਗੁਰੂ ਜੀ ਨੇ ਕਿਹਾ ਕਿ ਜੋ ਜਪਜੀ ਸਾਹਿਬ ਹੈ ਇਹ ਮਾਲਾ ਮੰਤਰ ਹੈ। ਮੂਲ ਮੰਤਰ ਹਰ ਧਰਮ ਦਾ ਇੱਕ ਮੰਤਰ ਹੁੰਦਾ ਹੈ। ਸੋ ਇਸ ਕਰਕੇ ਕੁਛ ਨਿਯਮ ਹੁੰਦੇ ਹਨ, ਸਿਧਾਂਤ ਹੁੰਦੇ ਹਨ। ਜਿਵੇਂ ਇਹ ਵਿਚਾਰ ਚੱਲ ਰਹੀ ਹੈ, ਗੁਰੂ ਦਾ ਵੀ ਸ਼ਬਦ ਹੁੰਦਾ, ਗੁਰੂ ਦਾ ਵੀ ਮੰਤਰ ਹੁੰਦਾ ਹੈ। ਗੁਰੂ ਦਾ ਕੋਈ ਸੇਵਕ ਬਣਦਾ ਹੈ ਤਾਂ ਮੰਤਰ ਦਿੰਦਾ ਹੈ। ਸੋ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਸਮੇਰ ਪਰਬਤ ਦੇ ਉੱਤੇ ਜਿਹੜੇ ਯੋਗੀ ਲੋਕ ਹਨ, ਸਿੱਧ ਲੋਕ ਹਨ, ਉਹਨਾਂ ਨੇ ਕਿਹਾ ਕਿ ਤੁਸੀਂ ਯੋਗ ਧਾਰਨ ਕਰ ਲਓ, ਤੁਸੀਂ ਇਹ
ਜਿਹੜੇ ਹਨ ਯੋਗ ਦੇ ਚਿੰਨ੍ਹ ਧਾਰਨ ਕਰ ਲਓ, ਧਰਮ ਦੇ ਚਿੰਨ੍ਹ ਜਿਹੜੇ ਹਨ ਧਾਰਨ ਕਰੋ। ਤੇ ਬਿਨਾਂ ਭਜਨ ਤੋਂ, ਬਿਨਾਂ ਬੰਦਗੀ ਤੋਂ, ਬਿਨਾਂ ਉਹਨਾਂ ਦੇ ਅੰਤਰੀਵ ਗੁਣ ਧਾਰਨ ਕਰੇ ਤੋਂ ਬਿਨਾਂ ਜਿਹੜੇ ਚਿੰਨ੍ਹ ਨੇ ਉਹ ਸਿਰਫ ਇੱਕ ਦਿਖਾਵਾ ਰਹਿ ਜਾਂਦਾ ਹੈ। ਜਿਵੇਂ ਪੰਜੇ ਕਕਾਰ ਨੇ ਸਿੱਖ ਦੇ, ਪੰਜੇ ਕਕਾਰ ਇੱਕ ਸਿਕਸ਼ਾ ਵੀ ਦਿੰਦੇ ਹਨ। ਕਿਰਪਾਨ ਹੈ, ਇਹ ਸਵੈ ਮਾਣ, ਸਵੈ ਅਣਖ, ਸਵੈ ਧਰਮ ਦੀ ਰਾਖੀ ਦੇ ਲਈ ਹੈ। ਗਊ ਗਰੀਬ ਦੀ ਰੱਖਿਆ ਦੇ ਲਈ ਹੈ, ਇੱਜ਼ਤ ਲਈ ਹੈ, ਪਤ ਲਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਕਿਰਪਾਨ ਪਨ ਧਾਰੀਆਂ ਕਰੋ ਰਪਾ ਪਟਾਰੀਆਂ। ਅਕਾਲ ਪੁਰਖ ਨੂੰ ਵੀ ਕਿਰਪਾਨ ਧਾਰੀ ਖੜ ਕੇ ਤੇ ਲਿਖਿਆ ਮਹਾਰਾਜ ਜੀ ਨੇ। ਸੋ ਗਊ ਗਰੀਬ ਦੀ ਰੱਖਿਆ ਵਾਸਤੇ, ਜ਼ੁਲਮ ਦੇ ਨਾਸ ਵਾਸਤੇ ਕਿਰਪਾਨ। ਜੇ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦੀ ਮਦਦ ਹੀ ਨਹੀਂ ਕੀਤੀ, ਸਹਾਇਤਾ ਨਹੀਂ ਕੀਤੀ, ਅੱਖਾਂ ਦੇ ਸਾਹਮਣੇ ਜ਼ੋਰ ਜ਼ੁਲਮ ਹੋ ਰਹੇ ਹਨ, ਪਰ ਕਿਰਪਾਨ ਕੀ ਸਿਕਸ਼ਾ ਦਿੰਦੀ ਹੈ? ਕਿਰਪਾਨ ਇਹੀ ਸਿਕਸ਼ਾ ਦਿੰਦੀ ਹੈ ਵੀ ਗੁਰੂ ਦਾ ਜਿਹੜਾ ਖਾਲਸਾ, ਗੁਰੂ ਦਾ ਸਿੱਖ ਹੈ, ਔਰ ਜ਼ੋਰ ਜ਼ੁਲਮ ਸਹਿਣ ਨਹੀਂ ਕਰਦਾ ਹੈ। ਉਹ ਗਊ ਗਰੀਬ ਦੀ ਰਕਸ਼ਾ ਕਰਦਾ ਹੈ। ਉਹ ਜਿਹੜਾ ਹੈ ਬੇਦੀਨ ਹੋ ਕੇ, ਬੇਇੱਜ਼ਤ ਹੋ ਕੇ ਨਹੀਂ ਦੁਨੀਆ ਦੇ ਵਿੱਚ ਜਿਉਂਦਾ। ਆਪਣੀ ਇੱਜ਼ਤ, ਆਪਣੀ ਅਣਖ ਦੀ ਰਾਖੀ ਉਹ ਕਰਨਾ ਜਾਣਦਾ ਹੈ। ਭਾਵੇਂ ਬੀਬੀਆਂ ਨੇ, ਭਾਵੇਂ ਭਾਈ ਨੇ। ਸੋ ਇਸੇ ਤਰ੍ਹਾਂ ਕਛਹਿਰਾ ਹੈ ਕਿ ਜੋ ਸਿੱਖ ਹੈ ਇਹ ਜੱਤ ਸੱਤ ਦੇ ਵਿੱਚ ਰਹਿੰਦਾ ਹੈ। ਇਹ ਜੱਤ ਸੱਤ ਦੀ ਨਿਸ਼ਾਨੀ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਆਪਣਾ ਦੇਸ਼ਾਂ ਦੇ ਆਮ ਜੋ ਲੋਕ ਨੇ, ਉਹਨਾਂ ਦਾ ਕੋਈ ਕਰੈਕਟਰ ਨਹੀਂ ਹੁੰਦਾ। ਕੋਈ ਆਪਣਾ ਕੁਛ ਹੈ ਥੋੜ੍ਹਾ ਬਹੁਤਾ, ਨਹੀਂ ਤਾਂ ਜ਼ਿਆਦਾ ਕੋਈ ਨਹੀਂ ਹੈ। ਜਿੱਥੇ ਮਰਜ਼ੀ ਕੇ ਖਾਂਦੇ ਫਿਰੋ, ਕੋਈ ਉਹਨਾਂ ਦਾ ਕੋਈ ਦੀਨ ਮਾਨ ਹੀ ਨਹੀਂ ਹੈ। ਪਰੰਤੂ ਜੋ ਗੁਰੂ ਦਾ ਸਿੱਖ ਹੈ, ਗੁਰੂ ਦਾ ਖਾਲਸਾ, ਕਛਹਿਰਾ ਇਹ ਦੱਸਦਾ ਕਿ ਇਹ ਜੱਤ ਸੱਤ ਦੀ ਨਿਸ਼ਾਨੀ ਹੈ। ਜਤੀ ਹੈ ਇਹ ਖਾਲਸਾ, ਸਤੀ ਹੈ ਖਾਲਸਾ, ਜਤੀ ਜੱਤ ਸੱਤ। ਜੱਤ ਪਹਾਰਾ ਅੱਗੇ ਆਵੇਗਾ ਸ੍ਰੀ ਜਪਜੀ ਸਾਹਿਬ। ਜੱਤ ਪਹਾਰਾ ਤੀਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਜੱਤ ਇੱਕ ਐਸਾ ਗੁਣ ਹੈ ਆਪਣੇ ਵਿਕਾਰਾਂ 'ਤੇ, ਵਿਸ਼ੇ ਵਿਕਾਰਾਂ 'ਤੇ, ਮਨ 'ਤੇ, ਮਨ ਦੀਆਂ ਵਾਸ਼ਨਾਵਾਂ 'ਤੇ ਕੰਟਰੋਲ ਰੱਖਦਾ ਹੈ। ਇੱਕ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ। ਤੇ ਸੁਧ ਹਮ ਤੇ ਜਬ ਲਈ ਵਚਨ ਗੁਰਦਏ ਹਮਾਰੇ, ਦਸ਼ਮੇਸ਼ ਪਿਤਾ ਜੀ ਨੇ ਲਿਖਿਆ। ਪੁੱਤ ਹੈ ਪ੍ਰਣ ਤੋਹੇ ਪ੍ਰਾਣ ਜਬਲਾ ਕਰਤਾਰੇ, ਨਿਜ ਨਾਰੀ ਕੈ ਸੰਗ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨਾ ਹੋਣਾ ਜਾਈਓ। ਕਿ ਸੁਪਨੇ ਦੇ ਵਿੱਚ ਵੀ ਜਿਹੜਾ ਹੈਗਾ ਮਨ ਕਰਕੇ ਵਿਕਾਰਾਂ ਦੇ ਵਿੱਚ ਨਹੀਂ ਜਾਣਾ। ਪਰ ਤੇਰਾ ਰੂਪ ਨਾ ਵੇਖਾਂ ਨੇਤਰ, ਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ। ਸੋ ਇਹ ਕਛਹਿਰਾ ਹੈ, ਇਹ ਜੱਤ ਸੱਤ ਦੀ ਨਿਸ਼ਾਨੀ ਹੈ ਕਿ ਗੁਰੂ ਦਾ ਜੋ ਸਿੱਖ ਹੈ, ਮਾਈ ਭਾਈ ਹੈ, ਉਹ ਜੱਤ ਸੱਤ ਵਿੱਚ ਕਾਇਮ ਰੱਖਦੇ ਹਨ। ਉਹ ਆਪਣੀ ਜੋ ਇਹ ਅੰਸ਼ ਹੈ, ਆਪਣਾ ਜੋ ਕਰੈਕਟਰ ਹੈ, ਉਸ ਨੂੰ ਕਾਇਮ ਰੱਖਦੇ ਹਨ। ਤੇ ਇੱਕ ਨਾਰੀ ਜਤੀ ਹੋਈ, ਜੇ ਸ਼ਾਦੀ ਵੀ ਹੁੰਦੀ ਹੈ ਤਾਂ ਇੱਕ ਇਸਤਰੀ ਜਿਹੜੀ ਹੈ, ਇਸਤਰੀ ਵਰਤਾ ਅਤੇ ਪਤੀ ਵਰਤਾ ਜਿਹੜਾ ਹੈਗਾ ਇਹ। ਇਸ ਕਰਕੇ ਕਛਹਿਰਾ ਇਹ ਨਿਸ਼ਾਨੀ ਕੜਾ ਹੈ ਕਿ ਜਿਵੇਂ ਇੱਕ ਕੜੀ ਹੈ, ਜਿਵੇਂ ਇੱਕ ਕੜੀ ਜਿਹੜੀ ਲੱਗ ਜਾਂਦੀ ਹੈ ਤਾਂ ਫਿਰ ਉਹ ਆਜ਼ਾਦ ਨਹੀਂ ਹੁੰਦਾ। ਆਜ਼ਾਦੀ ਦਾ ਮਤਲਬ ਉਹ ਤਾਂ ਗੁਰੂ ਜੀ ਨੇ ਸੁਤੰਤਰ ਕੀਤਾ, ਆਜ਼ਾਦ ਕੀਤਾ। ਸਾਰੇ ਫਾਹੇ ਕੱਟ ਦਿੱਤੇ ਨੇ, ਫਾਹੇ ਖਾਟੇ ਮਿੱਟੇ ਗਗਨ ਫਤਿਹ ਭਾਈ ਮਨਜੀਤ। ਪਰੰਤੂ ਗੁਰੂ ਦੀ ਗੁਲਾਮੀ ਤੋਂ ਬਾਹਰ ਨਹੀਂ ਜਾਣਾ ਹੈ, ਪਰਮਾਤਮਾ ਦੀ ਗੁਲਾਮੀ ਤੋਂ ਬਾਹਰ ਨਹੀਂ ਜਾਣਾ ਹੈ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਮਹਾਰਾਜ ਸਾਨੂੰ ਗੁਲਾਮ ਬਣਾਓ ਆਪਣੇ। ਹੇ ਗੁਰੂ ਨਾਨਕ, ਆਪਣੇ ਗੁਲਾਮ ਬਣਾ ਕੇ ਰੱਖੋ। ਬੜੇ ਬੜੇ ਦੇਵੀ ਦੇਵਤੇ, ਰਾਜੇ ਸ਼ਿਵ ਨਾ ਵਰਗੇ ਜਿਹੜੇ ਹਨ ਬੇਨਤੀਆਂ ਕਰਦੇ, ਮਹਾਰਾਜ ਆਪਣੇ ਨੌਕਰ ਚਾਕਰ ਬਣਾ ਲਓ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਮੁੱਲ ਖਰੀਦ ਲਓ ਸਾਨੂੰ, ਮੁੱਲ ਖਰੀਦੀ। ਇਹ ਮਨ ਵੇਚੀ ਬੈ ਕਰੀ, ਜੇ ਕੋ ਲਏ ਵਿਖਾਏ। ਗੁਰੂ ਨੂੰ ਮਨ ਵੇਚ ਦੇ ਆਪਣਾ, ਗੁਰੂ ਦਾ ਹੋ ਜਾ। ਜਿਹੜਾ ਗੁਰੂ ਤੋਂ ਹੀ ਬਾਹਰ ਹੋ ਗਿਆ, ਪਰਮਾਤਮਾ ਦੇ ਭੈ ਤੋਂ ਹੀ ਬਾਹਰ ਹੋ ਗਿਆ, ਬਸ ਉਹ ਤਾਂ ਗਿਆ ਫਿਰ ਨਹੀਂ
ਹੁਕਮ ਰਜਾਈ ਚੱਲਣਾ। ਸੋ ਸਿੱਖ ਸਖਾ ਬੰਧਪ ਬਹਾ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣਾ ਭਾਣਾ ਜੋ ਚੱਲਾ ਭਾਈ, ਵਿਛੜ ਚੋਟਾਂ ਖਾਵੈ। ਆਪਣੀ ਮਨ ਮਰਜ਼ੀ ਕਰਦਾ ਤੇ ਫਿਰ ਉਹ ਗੁਰੂ ਦਾ ਸਿੱਖ ਨਹੀਂ ਰਹਿ ਜਾਂਦਾ। ਮਨ ਦਾ ਸਿੱਖ ਹੈ, ਦੁਨੀਆ ਪਿੱਛੇ ਫਿਰਦਾ, ਦੁਨੀਆ ਦਾ ਹੀ ਸਿੱਖ ਹੈ। ਗੁਰੂ ਦਾ ਸਿੱਖ ਹੋਇਆ ਜੋ ਗੁਰਬਾਣੀ ਕਹੈ, ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਬਹੁਤ ਆਨੰਦਮਈ ਚਾਕਰੀ, ਇਹ ਤੋਂ ਉੱਪਰ ਕੋਈ ਆਨੰਦਮਈ ਚਾਕਰੀ ਹੈ ਨਹੀਂ ਕਿ ਰਾਜੇ ਮਹਾਰਾਜੇ ਚੱਕਰਵਰਤੀ ਰਾਜੇ ਇੰਦਰ ਤੱਕ ਦੀ ਪਦਵੀ ਤੱਕ ਨੂੰ ਉਹ ਆਨੰਦ ਨਹੀਂ ਹੈ ਜੋ ਇੱਕ ਗੁਰੂ ਦੇ ਚਾਕਰ ਨੂੰ, ਗੁਰੂ ਦੇ ਨੌਕਰ ਨੂੰ ਜੋ ਗੁਰੂ ਦੀ ਚਾਕਰੀ ਮਿਲਦੀ ਹੈ। ਗੁਰੂ ਨਾਨਕ ਦੀ ਦਸ਼ਮੇਸ਼ ਜਾਂਦੀ, ਅਕਾਲ ਪੁਰਖ ਦੀ ਬਹੁਤ ਕਿਤੇ ਭਾਵ ਹੋਣ ਤਾਂ ਕਿਤੇ ਬਖਸ਼ਿਸ਼ ਹੁੰਦੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਉਹ ਰਾਜ ਵਿੱਚ ਵੀ ਸੁਖ ਨਹੀਂ ਹੈ ਜੋ ਗੁਰੂ ਦੀ ਚਾਕਰੀ ਵਿੱਚ ਹੈ, ਜੋ ਗੁਰੂ ਦੀ ਸੇਵਾ ਦੇ ਵਿੱਚ ਹੈ। ਜਿਹੜੇ ਲੋਕ ਕਹਿੰਦੇ ਨੇ ਅਸੀਂ ਤਾਂ ਗੁਰੂ ਦੀ ਕਿਸੇ ਮਰਿਆਦਾ 'ਚ ਨਹੀਂ ਚੱਲਣਾ, ਅਸੀਂ ਤਾਂ ਸਿਧਾਂਤ ਨੂੰ ਹੀ ਨਹੀਂ ਮੰਨਣਾ, ਅਸੀਂ ਤਾਂ ਜਿਹੜਾ ਗੁਰੂ ਦੇ ਅਨੁਸਾਰ, ਇਹ ਤਾਂ ਬੰਧਨ ਨੇ, ਗੁਰੂ ਦੇ ਹੁਕਮ ਰਹਿਤਾਂ ਬਹਿਤਾਂ, ਗੁਰੂ ਦਾ ਹੁਕਮ ਬਾਣੀ, ਇਹ ਤਾਂ ਬੰਧਨ ਨੇ ਪਏ ਹੋਏ, ਅਸੀਂ ਕਿਉਂ ਬੰਧਨਾਂ ਦੇ ਵਿੱਚ ਰਹੀਏ। ਉਹਨਾਂ ਦੀ ਹਾਲਤ ਫਿਰ ਅਵਾਰਾ ਫਿਰਦੇ ਕੁੱਤੇ ਵਾਲੀ ਹੋ ਜਾਂਦੀ ਹੈ। ਸੋ ਗੁਰ ਕੇ ਭੈ ਕੇਤੇ ਨਿਸਤਰੇ, ਗੁਰੂ ਦੇ ਜੋ ਭੈ ਵਿੱਚ ਚੱਲਦੇ ਨੇ, ਆਗਿਆ ਚੱਲਦੇ ਨੇ, ਉਹ ਤਰ ਜਾਂਦੇ ਹਨ। ਜਿਨ੍ਹਾਂ ਨੇ ਗੁਰੂ ਦਾ ਭੈ ਹੀ ਗਵਾ ਦਿੱਤਾ, ਗੁਰੂ ਦੇ ਹੁਕਮ ਤੋਂ ਹੀ ਬਾਹਰ ਹੋ ਗਏ, ਉਹਨਾਂ ਦਾ ਜੀਵਨ ਗਿਆ। ਫਿਰ ਮਨਮਤੀਏ ਹੋ ਜਾਂਦੇ ਹਨ। ਮਨ ਦੇ ਮਤੇ ਨਾ ਚੱਲੀਏ, ਮਨ ਦੇ ਮਤੇ ਅਨੇਕ, ਮਨ ਦੇ ਮਾਰੇ ਮਾਰ ਗਏ ਕਾਜੀ ਮੁੱਲਾਂ ਸੇ। ਸੋ ਇਸ ਕਰਕੇ ਕੜਾ ਇਹ ਦੱਸਦਾ ਕਿ ਤੂੰ ਗੁਰੂ ਦਾ ਜਿਹੜਾ ਹੈ ਕੜਿਆ ਹੋਇਆ, ਗੁਰੂ ਨੇ ਤੇਰੇ ਹੱਥ 'ਚ ਕੜੀ ਪਾਈ ਹੋਈ ਹੈ, ਨਿਸ਼ਾਨੀ ਪਾਈ ਹੋਈ ਹੈ। ਇਹਨਾਂ ਹੱਥਾਂ ਨਾਲ ਬੁਰੇ ਕਰਮ ਨਹੀਂ ਕਰਨੇ ਹਨ। ਤੂੰ ਗੁਰੂ ਦਾ ਹੈ, ਗੁਰੂ ਨੇ ਫਿਰ ਬਣਾਇਆ, ਛਾਤੀ ਨਾਲ ਲਾਇਆ, ਗੁਰੂ ਨੇ ਆਪਣਾ ਰੂਪ ਬਣਾਇਆ ਜੋ ਗੁਰੂ ਦਾ ਬਣ ਗਿਆ। ਰਹਿ ਨਹੀਂ ਰਿਹਾ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਹਰਾ। ਗੁਰੂ ਨੇ ਕਿਹਾ ਮੇਰਾ ਉਹ ਸਾਹਿਬ, ਮੈਨੂੰ ਸਾਹਿਬ ਬਣਾ ਲਿਆ, ਮੈਂ ਚਿਹਰਾ ਬਣ ਗਿਆ ਉਸ ਦਾ। ਗੁਰੂ ਜੀ ਨੇ ਕੋਈ ਘੱਟ ਨਹੀਂ ਜਿਹੜੀ ਹੈ ਕਸਰ ਛੱਡੀ। ਮੈਂ ਪ੍ਰਗਟ ਮਰਦ ਅਗਮ ਡਾਵਰੀਆ, ਮੈਂ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਦਾ ਹੋ ਗਿਆ, ਗੁਰੂ ਦੇ ਹੁਕਮ 'ਚ ਰਜ਼ਾ 'ਚ ਆ ਗਿਆ। ਕਿਉਂਕਿ ਕਈ ਆਪਣੇ ਆਪ ਨੂੰ ਸਿੱਖ ਕੀ ਪਾਉਂਦੇ ਨੇ ਅਤੇ ਚਾਹੁੰਦੇ ਵੀ ਮਨ ਦੀਆਂ ਮਰਜ਼ੀਆਂ ਕਰਨੇ, ਅਸੀਂ ਮੰਨਣੀ ਕੋਈ ਨਹੀਂ ਗੁਰੂ ਦੀ। ਉਹ ਅਸੀਂ ਗੁਰੂ ਕਹੀ ਜਾਣਾ, ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਆ, ਗੁਰੂ ਨਾਨਕ ਸਾਡਾ ਗੁਰੂ ਆ, ਅਤੇ ਅਸੀਂ ਗੁਰੂ ਨੂੰ ਅਸੀਂ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਮੰਨਦੇ, ਅਸੀਂ ਵਚਨ ਕੁਛ ਨਹੀਂ ਮੰਨਣਾ। ਅਸੀਂ ਤਾਂ ਇਹੋ ਜਿਹੀਆਂ ਆਜ਼ਾਦੀਆਂ ਕਰਨੀਆਂ, ਇਹੋ ਜਿਹੇ ਖੁੱਲ੍ਹੇ ਪਹਿਰੇ ਅਸੀਂ ਫਿਰਨਾ, ਅਸੀਂ ਮਨ ਦੀਆਂ ਮਰਜ਼ੀਆਂ ਕਰਨੀਆਂ। ਦੁਨੀਆ ਦੀਆਂ ਤਾਂ ਚਲੋ ਵੱਖਰੀ ਗੱਲ ਆ ਗਈ, ਦੁਨੀਆ ਦੀਆਂ ਤਾਂ ਗੁਲਾਮ ਹੀ ਕਰਦੇ ਨੇ, ਗੁਲਾਮੀਆਂ ਕਰਦੇ ਨੇ, ਮਨ ਦੇ ਗੁਲਾਮ ਹੋ ਗਏ, ਦੁਨੀਆ ਦੇ ਗੁਲਾਮ ਹੋ ਗਏ, ਪਰੰਤੂ ਗੁਰੂ ਦੇ ਨਹੀਂ ਬਣਦੇ। ਹਮ ਹੋਵੇ ਲਾਲੇ ਲਾਲੇ ਗੋਲੇ, ਸਤਿਗੁਰੂ ਕੇ ਸਤਿਗੁਰੂ ਦੇ ਲਾਲੇ ਗੋਲੇ ਬਣਨਾ। ਇਹ ਬਹੁਤ ਭਾਗਾਂ ਦੇ ਨਾਲ ਕੈਸੀ ਆਨੰਦਮਈ ਹੈ ਇਹ ਜੀਵਨ ਜ਼ਿੰਦਗੀ ਹੈ। ਜਿਹੜਾ ਇਸ ਨੂੰ ਬੋਝ ਸਮਝਦਾ, ਗੁਰੂ ਦੇ ਭਾਰ ਸਮਝਦਾ ਹੈ, ਉਹ ਸਿੱਖ ਨਹੀਂ। ਉਸਨੇ ਸਮਝਿਆ ਹੀ ਨਹੀਂ ਇਸ ਰਸ ਨੂੰ, ਆਨੰਦ ਨੂੰ, ਸਿੱਖੀ ਨੂੰ ਨਹੀਂ ਸਮਝਿਆ, ਬਾਣੀ ਨੂੰ ਨਹੀਂ ਸਮਝਿਆ ਹੈ। ਸੋ ਇਸ ਕਰਕੇ ਇਹ ਕੜਾ ਵੀ ਇਹ ਜੋ ਹੈ ਗਿਆਨ ਦਿੰਦਾ ਹੈ। ਇਸੇ ਤਰ੍ਹਾਂ ਹੀ ਕੰਘਾ ਹੈ, ਕੇਸ ਹਨ, ਕੇਸਾਂ ਦੀ ਸੰਭਾਲ ਵਾਸਤੇ ਕੇਸ ਕੀ ਹੈ, ਕੇਸ ਨੰਗੇ ਸਿਰ ਰੱਖਣ ਦਾ ਹੁਕਮ ਨਹੀਂ, ਫਿਰ ਕੇਸ ਕੀ ਤੇ ਨਾਲ ਹੋਵੇਗੀ। ਸੋ ਕੇਸ ਕਿ ਜਿਹੜਾ ਗੁਰੂ ਦਾ ਸਿੱਖ ਹੈ, ਉਹ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਨਹੀਂ ਚੱਲਦਾ। ਕੇਸ ਕੋਈ ਆਪਣੀ ਮਰਜ਼ੀ ਦੇ ਨਾਲ ਕਿਸੇ ਨੇ ਪੈਦਾ ਨਹੀਂ ਕੀਤੇ, ਅਕਾਲ ਪੁਰਖ ਨੇ ਪੈਦਾ ਕੀਤੇ ਹਨ। ਇਸ ਕਰਕੇ ਉਸ ਰਜ਼ਾ ਦੇ ਅੰਦਰ ਚੱਲਦਾ ਹੈ। ਕੇਸ ਗੁਰੂ ਜੀ ਨੇ ਕਿਹਾ ਸੀ ਸਾਡੀ ਇਹ ਮੋਹਰ ਹੈ, ਕੇਸ ਸਾਡੀ ਮੋਹਰ ਹੈ। ਕੇਸ ਰੋਮ ਜਿਹੜੇ ਹਨ, ਰੋਮ ਰੋਮ ਮੈਂ ਬਸਾ ਮਰਾ ਕੇ, ਰੋਮਾਂ 'ਚ ਪਰਮਾਤਮਾ ਵਸਦਾ ਹੈ, ਰੋਮ ਰੋਮ ਦੇ ਵਿੱਚ। ਗੁਰਮੁਖ ਰੋਮ ਰੋਮ ਹਾਥਿਆ, ਬਹੁਤ ਵੱਡੀ ਮਹਾਨਤਾ ਹੈ ਕੇਸਾਂ ਦੀ। ਗੁਰੂ ਜੀ ਨੇ ਬਾਣੀ ਵਿੱਚ ਦਰਸਾਈ। ਇਸ ਸੰਸਾਰ ਦੀ ਸਮਝ ਨਹੀਂ ਲੱਗੀ, ਵੱਖਰੀ ਗੱਲ ਹੈ। ਜਿੰਨੇ ਵੀ 33 ਕਰੋੜ ਦੇਵੀ ਦੇਵਤਾ ਰਿਸ਼ੀ ਮੁਨੀ ਹੋਏ ਹਨ, ਪੀਰ ਪੈਗੰਬਰ ਅਵਤਾਰ ਹੋਏ ਨੇ, ਕੇਸਾਧਾਰੀ ਹੋਏ ਨੇ ਸਾਰੇ। ਰਾਮ ਚੰਦਰ ਜੀ ਹੋਏ, ਕ੍ਰਿਸ਼ਨ ਜੀ ਹੋਏ, ਵੀ ਕੇਸਾਧਾਰੀ ਹੋਏ ਹਨ। ਸ਼ਿਵ ਜੀਆਂ ਦੀ ਤਾਂ ਜਟਾ ਦੇ ਵਿੱਚ ਕਹਿੰਦੇ 12 ਸਾਲ ਗੰਗਾ ਰਹੀ, ਜਿਹੜੀਆਂ ਜਟਾਂ ਗੰਗਾ ਹੀ 12 ਸਾਲ ਜਿਹੜੀ ਹੈਗੀ ਜਟਾਂ ਦੇ ਵਿੱਚ ਫਿਰਦੇ ਰਹੀ। ਕੇਸਾਂ ਦੀ ਮਹਿਮਾ
ਇੰਨੀ ਕੇਸਾਂ ਦੀ ਮਹਾਨਤਾ। ਕੇਸਾਂ ਨੇ ਸੰਭਾਲਿਆ ਉਸ ਸ਼ਕਤੀ ਨੂੰ, ਉਸ ਤਾਕਤ ਨੂੰ ਜੋ ਗੰਗਾ ਆਈ। ਇਹ ਕੇਸਾਂ ਨੇ ਉਸ ਸ਼ਕਤੀ ਨੂੰ ਜਿਹੜੀ ਹੈ ਦੁਨੀਆ ਵਿੱਚ ਕੋਈ ਸੰਭਾਲ ਨਹੀਂ ਸਕਦਾ। ਕੇਸਾਂ ਨੇ ਉਸ ਸ਼ਕਤੀ ਨੂੰ ਜਿਹੜਾ ਹੈਗਾ ਕੜਿਆ, ਉਸ ਕੇ ਆਪਣਾ ਸੰਭਾਲਿਆ ਉਸ ਤਾਕਤ ਨੂੰ। ਸੋ ਕੜਾ ਇਸ ਕਰਕੇ ਕੰਘਾ ਵੀ ਇਸੇ ਤਰ੍ਹਾਂ ਹੀ। ਅਤੇ ਕੰਘਾ ਜਿਵੇਂ ਇਹ ਕਹਿ ਦਿੰਦੇ ਨੇ, ਲੈ ਜੀ ਫਿਰ ਹੁਣ ਫਿਰ ਨਹੁੰ ਕਿਉਂ ਕੱਟਦੇ ਹੋ? ਫਿਰ ਹੁਣ ਜਿਹੜੇ ਕੇਸ ਉਹ ਕਿਉਂ ਕੱਢਦੇ ਨੇ? ਉਹ ਮੁਰਦਾ ਹੋ ਚੁੱਕੇ ਹਨ ਜਿਹੜੇ ਨਹੁੰ ਨੇ, ਪਰੰਤੂ ਕੇਸ ਮੁਰਦਾ ਨਹੀਂ ਹਨ। ਜਿਹੜਾ ਮੁਰਦਾ ਕੇਸ ਹੋ ਜਾਂਦਾ ਉਹ ਵਿੱਚੋਂ ਨਿਕਲ ਜਾਂਦਾ, ਟੁੱਟ ਜਾਂਦਾ ਹੈ, ਉਸ ਨੂੰ ਜਿਹੜਾ ਹੈ ਸਿੱਖ ਕੱਢਦਾ ਹੈ। ਜੇ ਨਹੁੰ ਕੱਟਦਾ ਹੈ ਸਫਾਈ ਪਸੰਦ ਹੈ। ਪਰੰਤੂ ਇਸ ਕਰਕੇ ਕੇਸਾਂ ਦੇ ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਨ੍ਹਦੇ ਵੀ ਦੋਨੇ ਵਕਤ ਕੰਘਾ ਕਰੋ। ਗੁਰੂ ਮਹਾਰਾਜ ਨੇ ਕਿਹਾ ਭਾਗ ਚੁਨੇ ਕਰ ਬੰਨ੍ਹਦੀਆਂ, ਟੋਪੀ ਵਾਂਗੂ ਪੱਗ ਨਹੀਂ ਲਾਉਣੀ ਨਾ ਬੰਨਣੀ, ਰੱਖਣੀ ਟੋਪੀ ਵਾਂਗੂ ਨਹੀਂ ਰੱਖਣੀ, ਚੁਣ ਕੇ ਬੰਨਣੀ ਹੈ। ਸੋ ਇਸ ਕਰਕੇ ਇਹਨਾਂ ਦੇ ਪਿੱਛੇ ਜਿਹੜਾ ਹੈ ਇੱਕ ਮੰਤਵ ਹੈ, ਜਿਹੜੇ ਇੱਕ ਕਾਰਨ, ਇੱਕ ਨਿਸ਼ਾਨੀ ਹੈ। ਗੁਰੂ ਜੀ ਨੇ ਕਿਹਾ ਸੀ ਜੈਤਿਆ ਮੈਂ ਇਹੋ ਜਿਹਾ ਰੂਪ ਦੇਵਾਂਗਾ ਸਿੱਖ ਨੂੰ, ਮੇਰਾ ਸਿੱਖ ਲੱਖਾਂ 'ਚ ਖੜਾ ਵੱਖਰੀ ਪਛਾਣ ਰੱਖੂਗਾ, ਡਰੇਗਾ ਵੀ ਨਹੀਂ, ਡਰਾਵੇਗਾ ਵੀ ਨਹੀਂ ਕਿਸੇ ਨੂੰ, ਨਾ ਜ਼ੁਲਮ ਕਰੇਗਾ ਨਾ ਜ਼ੁਲਮ ਸਹੇਗਾ। ਇਸ ਕਰਕੇ ਮਹਾਰਾਜ ਜੀ ਨੇ ਸੰਤ ਸਿਪਾਹੀ ਬਣਾਇਆ, ਸ਼ਸਤਰਧਾਰੀ ਬਣਾਇਆ। ਸੋ ਇਸ ਕਰਕੇ ਜੇ ਜੀਵਨ ਨਹੀਂ ਹੈ, ਕਛਹਿਰਾ ਹੈ, ਜਸਤ ਨਹੀਂ ਹੈ, ਕਿਰਪਾਨ ਹੈ, ਕਦੇ ਜ਼ੋਰ ਜ਼ੁਲਮ ਦੇ ਵਿਰੁੱਧ ਕਦੇ ਕੁਛ ਕੀਤਾ ਹੀ ਨਹੀਂ। ਅੱਖਾਂ ਦੇ ਸਾਹਮਣੇ ਜਿੰਨਾ ਜ਼ੁਲਮ ਮਰਜ਼ੀ ਹੋਈ ਜਾਵੇ, ਕਿਰਪਾਨ ਪਾਈ ਹੋਈ ਹੈ ਸਿੱਖ ਨੇ। ਕਿਰਪਾਨ ਦਾ ਮਤਲਬ ਵੀ ਹੈ, ਕੜਾ ਵੀ ਹੈ, ਮਤਲਬ ਕਰਮ ਬੁਰੇ ਕਰਦਾ, ਚੋਰੀਆਂ ਕਰਦਾ, ਹੋਰ ਕਰਮ ਕਰਦਾ ਹੈ, ਫਿਰ ਕੜੀ ਦਾ ਕੀ ਮਤਲਬ ਹੋਇਆ? ਸੋ ਇਸ ਕਰਕੇ ਜੇ ਨਹੀਂ, ਇਹ ਫਿਰ ਇਕੱਲਾ ਭੇਖ ਬਣ ਜਾਂਦਾ। ਸੁਣਿਆ ਸੀ ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਦਾ ਪੰਛੀ ਜਾਣੋ, ਕਿ ਪਹਿਲਾਂ ਬਾਣੀ ਫਿਰ ਬਾਣਾ, ਕਿ ਜੀਵਨ ਵੀ ਨਾਲ ਹੋਣਾ ਚਾਹੀਦਾ। ਸੋ ਇਸ ਕਰਕੇ ਇਹ ਜੋ ਹੈ ਚਿੰਨ੍ਹ ਹੁੰਦੇ ਨੇ। ਗੁਰੂ ਮਹਾਰਾਜ ਨੂੰ ਕਹਿੰਦੇ ਤੁਸੀਂ ਜੋਗ ਦੇ ਚਿੰਨ੍ਹ ਧਾਰਨ ਕਰ ਲਓ, ਮੁੰਦਰਾਂ ਪਾ ਲਓ, ਮੁੰਦਾ ਸੰਤੋਖ ਸਰਮ ਪਾ ਚਲਿਓ, ਮੁੰਦਰਾਂ ਪਾ ਲਓ, ਹੋਰ ਡੰਡਾ ਪਕੜ ਲਓ, ਛੱਪਰ ਖੱਪਰ ਲੈ ਲਓ, ਇੱਕ ਗੋਦੜੀ ਖਿੰਥਾ ਲੈ ਲਓ। ਗੁਰੂ ਜੀ ਨੇ ਕਿਹਾ ਨਹੀਂ, ਅਸੀਂ ਪਾਈਆਂ ਹੀ ਨੰਤਰੀ, ਜਿਵੇਂ ਕਿਹਾ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਿਹੇ ਜੀ ਕਹੀ ਤਾਂ ਪਾਂਡੇ ਘੱਤ। ਗੁਰੂ ਨਾਨਕ ਪਾਤਸ਼ਾਹ ਜੀ ਨੇ ਐਸਾ ਕ੍ਰਾਂਤੀਕਾਰੀ ਪ੍ਰਚਾਰ ਕੀਤਾ ਸੰਸਾਰ ਦੇ ਵਿੱਚ, ਐਸੀ ਕ੍ਰਾਂਤੀ ਲੈ ਕੇ ਆਂਦੀ ਕਿ ਫੋਕਟ ਕਰਮਾਂ ਨੇ, ਫੋਕਟ ਧਰਮਾਂ ਨੇ ਕੋਈ ਭਾਰ ਉਤਾਰ ਨਹੀਂ ਕਰਨਾ, ਜੀਵਨ ਬਣਾਉਣਾ। ਧਰਮ ਦੇ ਸਿਰਫ ਚਿੰਨ੍ਹਾਂ ਦੇ ਨਾਲ ਗੱਲ ਨਹੀਂ ਬਣਨੀ ਹੈਗੀ, ਨਾਲ ਉਸਦੇ ਗੁਣ ਵੀ ਹੋਣੇ ਚਾਹੀਦੇ ਹਨ। ਸੋ ਗੁਰੂ ਜੀ ਨੇ ਕਿਹਾ ਜੋਗੀ ਜੀ ਨੂੰ ਮੁੰਦਾ ਸੰਤੋਖ ਸਰਮ ਪਤ ਝੋਲੀ, ਕਿ ਅਸੀਂ ਤਾਂ ਪਾਈਆਂ ਹੋਈਆਂ ਨੇ ਪਹਿਲਾਂ ਮੁੰਦਰਾਂ, ਸੱਤ ਤੇ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ ਨੇ ਅਸੀਂ। ਸ਼ਰਮ ਪਤ ਝੋਲੀ, ਬੁਰੇ ਕਰਮਾਂ ਤੋਂ ਸ਼ਰਮ ਕਰਨੀ ਹੈ। ਇਹੀ ਜਿਹੜਾ ਸਾਡਾ ਪੱਪ ਜਿਹੜਾ ਹੈਗਾ, ਇਹ ਪੱਤ ਇੱਜ਼ਤ ਵੀ ਅਤੇ ਪੱਤ ਪਾਤਰ, ਇਹ ਪਕੜਿਆ ਹੈ ਖੱਪਰ ਅਸੀਂ ਜਿਹੜਾ ਹੈ। ਮੰਦਾ ਸੰਤੋਖ ਸਰਮ, ਸੰਤੋਖ ਧਾਰਨ ਕੀਤਾ ਜਾ ਹੈ, ਸਤ ਧਾਰਨ ਕੀਤਾ ਹੈ। ਧਿਆਨ ਕੀ ਕਰੇ ਬਪੂਤ, ਕਹਿੰਦੇ ਬਪੂਤੀ ਨਹੀਂ ਦਿਸ ਰਹੀ। ਗੁਰੂ ਜੀ ਕਹਿੰਦੇ ਭਾਈ ਮਾੜੀ ਹੋਈ ਹੈ, ਤੁਹਾਨੂੰ ਨਹੀਂ ਦਿਸ ਰਹੀ। ਕਿਹੜੀ ਹੈ? ਕਹਿੰਦੇ ਜਿਹੜਾ ਸਾਡਾ ਧਿਆਨ ਅਸੀਂ ਪਰਮਾਤਮਾ 'ਚ ਲੱਗਿਆ ਹੈ ਨਾ, ਧਿਆਨ ਲਗਾਇਆ ਹੈ ਅਸੀਂ, ਇਹੀ ਸਾਡੀ ਵਿਭੂਤੀ ਮਿਲੀ ਹੋਈ ਹੈ। ਸਰੀਰ ਨੂੰ ਅਸੀਂ ਨਾਸਵਾਨ ਸਮਝਦੇ ਹਾਂ, ਇਹੀ ਖਿੰਥਾ ਪਹਿਨੀ ਹੋਈ ਹੈ, ਇਹੀ ਖਪਣੀ ਹੈ ਪਹਿਨੀ ਹੋਈ ਹੈ। ਇਹ ਗੁਰੂ ਮਹਾਰਾਜ ਜੀ ਨੇ ਉਪਦੇਸ਼ ਸੋ ਦਿੱਤਾ ਸੀ। ਇੱਕ ਸਮਝਣ ਵਾਸਤੇ ਪ੍ਰਮਾਣ ਮੈਂ ਬਾਬਾ ਫਰੀਦ ਜੀ ਫਕੀਰੀ ਗੋਦੜੀ ਬਾਣਾ ਸੀ, ਕਿ ਇਹ ਸਭ ਗੋਦੜੀ ਅਤੇ ਬਾਬਾ ਫਰੀਦ ਜੀ ਦੋਵਾਂ ਦਾ ਸੰਵਾਦ ਹੁੰਦਾ। ਗੋਦੜੀ ਕਹਿੰਦੀ ਹੈ ਕਿ ਮੇਰਾ ਜਿਹੜਾ ਸਤਿਕਾਰ ਹੈ ਨਾ, ਆਪਣਾ ਤੁਹਾਡਾ ਸਤਿਕਾਰ ਉਹ ਮੇਰੇ ਕਰਕੇ ਹੈ। ਇਸ ਕਰਕੇ ਬਾਬਾ ਜੀ ਕਹਿਣ ਲੱਗੇ ਤਾਂ ਠੀਕ ਹੈ, ਪਰੰਤੂ ਤੇਰਾ ਸਤਿਕਾਰ ਮੇਰੇ ਕਰਕੇ ਹੈ। ਕਹਿੰਦੇ ਨਹੀਂ, ਉਹ ਕਹਿੰਦੇ ਚਲੋ ਫਿਰ ਆਪਾਂ ਅੱਡ ਅੱਡ ਹੋ ਜਾਂਦੇ। ਗੋਦੜੀ ਉੱਥੇ ਕਿਤੇ ਰੱਖਤੀ ਦਰੱਖਤ 'ਤੇ ਬਾਬਾ ਫਰੀਦ ਜੀ ਰਹੇ ਨੇ। ਹੁਣ ਖੁਦ ਗੋਦੜੀ ਤੋਂ ਪਹਿਚਾਣ ਸੀ ਫਕੀਰ ਦੀ, ਇਸ ਕਰਕੇ ਬਾਬਾ ਫਰੀਦ ਕਹਿੰਦਾ ਉਹ ਕਿੱਧਰ ਫਿਰ ਤਰਦਾ ਭਾਈ, ਕਿਉਂਕਿ ਫਕੀਰ ਤਾਂ ਸਮਝਿਆ ਨਹੀਂ, ਸਾਧੂ ਤਾਂ ਸਮਝ ਨਹੀਂ, ਸਾਧੂ ਹੁੰਦਾ ਫਕੀਰ ਉਹਦਾ ਸਤਿਕਾਰ ਕਰਨਾ ਬਣਦਾ। ਬਾਣੀ ਕਰਕੇ ਉੱਥੋਂ ਕੰਮ ਲਾ ਲਿਆ ਉਹਨਾਂ ਨੂੰ ਤਾਂ ਪਕੜ ਕੇ ਸਾਰਾ ਦਿਨ ਉਹ ਆਪਣਾ
ਮਜ਼ਦੂਰੀ ਕਰਦੇ ਰਹੇ। ਉਧਰ ਗੋਦੜੀ ਪਈ ਹੈ, ਨਿਆਣੇ ਨੇ ਸਮਝਿਆ ਤਾਂ ਕੋਈ ਲੀਰ ਪਈ ਹੈ, ਪਤਾ ਨਹੀਂ ਕਿਆ ਕੱਪੜਾ ਜਿਹਾ ਪਿਆ, ਉਹਦੇ ਨਾਲ ਆਪਣਾ ਖੇਡਣ ਲੱਗ ਪਏ ਉਹਦੇ ਬੁਰਾ ਹਾਲ। ਸ਼ਾਮ ਨੂੰ ਬਾਬਾ ਫਰੀਦ ਜੀ ਆਏ ਵੀ ਹਾਂ ਵੀ ਜੇ ਗੋਦੜੀ ਪਾਈ ਹੁੰਦੀ ਤਾਂ ਫਿਰ ਕੁਛ ਸਤਿਕਾਰ ਹੁੰਦਾ। ਗੋਦੜੀ ਨੂੰ ਪੁੱਛਦੇ ਹਾਂ ਤੇਰਾ ਕੀ ਹਾਲ? ਕਹਿੰਦੇ ਮੇਰਾ ਵੀ ਬੁਰਾ ਹੀ ਹਾਲ ਹੋਇਆ ਤੁਹਾਡੇ ਤੋਂ ਬਿਨਾਂ। ਆਹ ਜਿਹੜੇ ਹਨ ਨਿਆਣੇ ਕਿ ਆਪਣਾ ਜਿਹੜੇ ਖਿੱਦੋ ਖੁੰਡੀ ਖੇਡਦੇ ਫਿਰ ਰਹੇ ਹਨ, ਅਤੇ ਕਹਿੰਦੇ ਵੀ ਗੋਦੜੀ ਤੋਂ ਬਿਨਾਂ ਮੇਰਾ ਵੀ। ਹੁਣ ਜਦੋਂ ਪਤਾ ਲੱਗਿਆ ਵੀ ਇਹ ਫਕੀਰ ਹੈ, ਕਹਿੰਦੇ ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਫਕੀਰ ਲੋਕ ਹੋ, ਤੁਹਾਡਾ ਕੋਈ ਵੇਸ ਹੀ ਨਹੀਂ ਹੈਗਾ, ਇਸ ਕਰਕੇ ਹੁਣ ਸਾਨੂੰ ਤਾਂ ਫਿਰ ਜਿਹੜਾ ਹੈਗਾ ਪਾਪ ਇਸ ਕਰਕੇ ਨਹੀਂ ਲੱਗੇਗਾ। ਜੇ ਤੁਸੀਂ ਸਾਧੂ ਰੂਪ ਦੇ ਵਿੱਚ ਹੁੰਦੇ ਫਿਰ ਅਸੀਂ ਕੋਈ ਗਲਤ ਕਰਦੇ ਫਿਰ ਸਾਨੂੰ ਪਾਪ ਲੱਗਦਾ, ਜੇ ਅਸੀਂ ਜਾਣ ਬੁੱਝ ਕੇ ਗਲਤੀ ਕਰਦੇ ਸਾਨੂੰ ਤਾਂ ਪਤਾ ਨਹੀਂ ਸੀ ਹੈਗਾ ਤੁਸੀਂ ਇਹੋ ਜਿਹੇ ਫਕੀਰ ਲੋਕ ਹੋ, ਸਾਧੂ ਲੋਕ ਹੋ, ਇਹਦੇ ਨਾਲ ਤੁਹਾਡੀ ਪਹਿਚਾਣ ਸੀ। ਸੋ ਗੋਦੜੀ ਦੀ ਪਹਿਚਾਣ ਸੀ ਜਿਹੜੀ ਉਹ ਬਾਬਾ ਫਰੀਦ ਜੀ ਕਰਕੇ ਸੀ। ਇਸ ਕਰਕੇ ਮਤਲਬ ਕਹਿਣ ਦਾ ਹੈ ਵੀ ਦੋਵੇਂ ਚੀਜ਼ਾਂ ਆਪਣਾ ਆਪਣਾ ਜਿਹੜਾ ਹੈਗਾ ਮਹੱਤਤਾ ਰੱਖਦੀਆਂ ਹਨ। ਭੇਖ ਜੋ ਹੈ, ਬਾਣਾ ਜੋ ਹੈ, ਉਹ ਵੀ ਇੱਕ ਮਹੱਤਤਾ ਰੱਖਦਾ ਹੈ। ਗੁਰੂ ਜੀ ਨੇ ਕਿਹਾ ਸੀ ਕੱਲ ਤੁਹਾਨੂੰ ਜਿਹੜਾ ਸ਼ੇਰਾਂ ਵਾਲਾ ਭੇਖ ਦਿੱਤਾ ਸੀ, ਸ਼ੇਰਾਂ ਵਾਲਾ ਰੂਪ ਦਿੱਤਾ, ਕੰਮ ਗਧਿਆਂ ਵਾਲੇ ਨਹੀਂ ਕਰਨੇ, ਖੋਤਿਆਂ ਵਾਲੇ ਨਹੀਂ ਕਰਨੇ ਹੈਗੇ, ਅਤੇ ਸ਼ੇਰਾਂ ਵਾਲਾ ਰੂਪ ਦਿੱਤਾ, ਸ਼ੇਰ ਬਣ ਕੇ ਰਿਓ, ਸ਼ੇਰਾਂ ਵਰਗੇ ਕੰਮ ਕਰਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਪ੍ਰਮਾਣ ਦੇ ਕੇ ਸਮਝਾਇਆ ਸੀ ਖਾਲਸੇ ਨੂੰ। ਸੋ ਇਸ ਕਰਕੇ ਜਿਹੜੇ ਚਿੰਨ੍ਹ ਹੁੰਦੇ ਹਨ ਧਰਮ ਦੇ, ਇਸ ਕਰਕੇ ਉਹ ਇੱਕ ਸਿਕਸ਼ਾ ਦਿੰਦੇ ਹਨ। ਜੇ ਸਿਰਫ ਚਿੰਨ੍ਹ ਹੀ ਹੋਣ ਅਤੇ ਉਹਦੇ ਨਾਲ ਗੁਣ ਨਾ ਕੋਈ ਧਾਰਨ ਕੀਤਾ ਜਾਵੇ, ਫਿਰ ਜਿਹੜਾ ਹੈਗਾ ਉਸ ਦਾ ਕੋਈ ਜਿਹੜਾ ਫਾਇਦਾ ਨਹੀਂ ਹੁੰਦਾ। ਇੱਕ ਉਹ ਹੁੰਦੇ ਨੇ ਕਿ ਜਿਹੜੇ ਇਹ ਭੇਖ ਬਣਾ ਲੈਂਦੇ ਨੇ ਲੋਕਾਂ ਨੂੰ ਲੁੱਟਣ ਵਾਸਤੇ। ਲੋਕਾਂ ਨੂੰ ਸਿਰਫ ਲੁੱਟਣ ਵਾਸਤੇ ਮਤਲਬ ਹੁੰਦਾ ਵੀ ਉਹ ਚਲੋ ਆਪਾਂ ਉੱਪਰੋਂ ਬਣ ਜਾਂਗੇ, ਨਸ਼ੇ ਨੁਸ਼ੇ ਵੇਚਣੇ, ਚਲੋ ਕੋਈ ਇਹੋ ਜਿਹਾ ਬਾਣਾ ਧਾਰਨ ਕਰ ਲੈਂਦੇ, ਪਤਾ ਨਹੀਂ ਲੱਗੂਗਾ। ਜਿਵੇਂ ਸੱਜਣ ਠੱਗ ਨੂੰ ਕਿਹਾ ਸੀ ਮਹਾਰਾਜ ਨੇ ਵੀ ਤੂੰ ਨਾ ਤੇਰਾ ਸੱਜਣ ਹੈ, ਕੰਮ ਤੂੰ ਸੱਜਣਾ ਵਾਲੇ ਕਰਦਾ ਨਹੀਂ, ਲੋਕਾਂ ਨੂੰ ਲੁੱਟਦਾ ਹੈ, ਅਤੇ ਤੂੰ ਸੱਜਣ ਜਿਹੜਾ ਹੈਗਾ ਇਹ ਸੱਜਣ ਹੈ ਤਾਂ ਫਿਰ ਸੱਜਣ ਤਾਂ ਉਹ ਹੁੰਦੇ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗਿਆ ਤਿੱਥਾ ਖੜੇ ਦਸਾਨ। ਸੱਜਣ ਸੱਚਾ ਪਾਤਸ਼ਾਹ ਸਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਏ ਸਭਨਾਂ ਦਾ ਵਿਸਾਹੋ। ਸੋ ਇਸ ਤਰ੍ਹਾਂ ਦਾ ਸੱਜਣ, ਜੇ ਤੂੰ ਠੱਗਣਾ ਤੇ ਠੱਗ ਬਣ ਕੇ ਠੱਗੋ, ਫਿਰ ਜੇ ਦੁਨੀਆ ਨੂੰ ਠੱਗਣਾ ਹੀ ਆ ਪਰ ਸੱਜਣ ਬਣ ਕੇ ਨਾ ਠੱਗ, ਠੱਗ ਬਣ ਕੇ ਠੱਗ। ਸੋ ਇਸ ਕਰਕੇ ਗੁਰੂ ਮਹਾਰਾਜ ਜੀ ਨੇ ਉਸ ਨੂੰ ਰੋਕਿਆ ਸੀ ਵੀ ਜਿਹੜਾ ਹੈਗਾ ਨਾਲੇ ਸੱਜਣ ਨਾਲੇ ਠੱਗ, ਦੋ ਗੱਲਾਂ ਕਿਵੇਂ ਹੋ ਸਕਦੀਆਂ ਹਨ। ਇਹ ਨਰਕਾਂ ਵਿੱਚ ਵਾਸਾ ਹੁੰਦਾ ਉਹਨਾਂ ਲੋਕਾਂ ਦਾ। ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੂਲੀਨ। ਅੰਤ ਨੂੰ ਉਹਨਾਂ ਦਾ ਜਿਹੜਾ ਹੈਗਾ ਵੀ ਧਰਮ ਦਾ ਆਸਰਾ ਲੈ ਕੇ, ਧਰਮ ਦੇ ਭੇਖ ਦਾ ਆਸਰਾ ਲੈ ਕੇ, ਪਰਮਾਤਮਾ ਦਾ ਆਸਰਾ ਲੈ ਕੇ ਜਿਹੜਾ ਹੈਗਾ ਵੀ ਜਿਹੜਾ ਹੈ ਕਰਮ ਉਹ ਕਰਨੇ, ਅਤੇ ਜਿਹੜਾ ਹੈ ਲੋਕਾਂ ਨੂੰ ਠੱਗਣ ਵਾਸਤੇ ਜਿਹੜਾ ਉਸ ਦਾ ਸਹਾਰਾ ਲੈਣਾ ਵੀ ਉਹ ਬਹੁਤ ਗਲਤ ਗੱਲ ਹੈ। ਉਹ ਨਰਕਗਾਮੀ ਹੋਣਾ ਪੈਂਦਾ ਉਹਨਾਂ ਲੋਕਾਂ ਨੂੰ। ਸੋ ਜੀਵਨ ਜੋ ਹੈ ਇੱਕ ਦਿਨ ਦੇ ਵਿੱਚ ਨਹੀਂ ਬਣਦਾ। ਜੇ ਸਿੱਖੀ ਦੇ ਮਾਰਗ 'ਤੇ ਚੱਲਿਆ, ਕੋਈ ਮਹੀਨੇ ਸਾਲਾਂ ਦੇ ਵਿੱਚ ਪੂਰਾ ਸਿੱਖ ਨਹੀਂ ਬਣ ਸਕਦਾ, ਪਰੰਤੂ ਸੱਚਾ ਸਿੱਖ ਹੈ ਜਿਹੜਾ ਉਸ ਰਸਤੇ 'ਤੇ ਚੱਲਿਆ ਜਾਂਦਾ, ਮਿਹਨਤ ਕਰ ਰਿਹਾ ਹੈ। ਮਨ ਇੱਕ ਦਿਨ 'ਚ ਨਹੀਂ ਬਦਲ ਜਾਣਾ, ਸਹਿਜੇ ਸਹਿਜੇ ਜ਼ਿੰਦਗੀ ਦੇ ਵਿੱਚ ਇਹ ਰਸਤਾ ਪੂਰਾ ਹੋ ਜਾਂਦਾ, ਪਰੰਤੂ ਮਨੋਂ ਨਹੀਂ ਉਹ ਕਿਸੇ ਨੂੰ ਠੱਗਦਾ, ਮਨੋਂ ਭੇਖੀ ਨਹੀਂ ਹੈ, ਅਤੇ ਉਹ ਉਸ ਮਾਰਗ 'ਤੇ ਚੱਲਿਆ ਜਾ ਰਿਹਾ ਹੈ, ਬੇਨਤੀਆਂ ਕਰ ਰਿਹਾ, ਸੇਵਾ ਕਰ ਰਿਹਾ, ਸਿਮਰਨ ਕਰ ਰਿਹਾ, ਅਤੇ ਇਸ ਕਰਕੇ ਫਿਰ ਉਸ ਰਸਤੇ 'ਤੇ ਚੱਲਿਆ ਜਾ ਰਿਹਾ। ਉਸ ਦਾ ਖੰਡਨ ਨਹੀਂ ਹੈ ਵੀ ਮਤਲਬ ਬਿਲਕੁਲ ਹੀ। ਸੋ ਇਸ ਕਰਕੇ ਗੁਰੂ ਮਹਾਰਾਜ ਜੀ ਨੇ ਜੋਗੀਆਂ ਨੂੰ ਕਿਹਾ ਸੀ ਕਿ ਹੇ ਜੋਗੀ ਜਨੋ, ਸਾਡੇ ਪਹਿਲਾਂ ਹੀ ਜਿਹੜੀਆਂ ਪਾਈਆਂ ਹੋਈਆਂ ਨੇ ਮੁੰਦਰਾਂ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੈ ਬਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪਰਤੀਤ। ਕਾਲ ਤੋਂ ਰਹਿ ਤਿਸ ਕਾਇਆ ਨੂੰ ਕੁਆਰੀ ਰੱਖਣਾ, ਅਤੇ ਇਹ ਅਸੀਂ ਜਾਣਦੇ ਹਾਂ ਹੈ ਜਿਹੜੀ ਹੈ ਕਾਇਆ ਹੈ ਸਰੀਰ। ਸੋ ਕਾਲ ਤੋਂ ਰਹਿਤ, ਜਾਂ ਸਮਝ ਲਓ ਇਸ ਨੂੰ ਨਾਸਵਾ ਨਹੀਂ ਸਮਝਣਾ ਹੈ ਸਰੀਰ ਨੂੰ। ਆਹੀ ਪੰਥੀ ਸਗਲ ਜਮਾਤੀ, 12 ਪੰਥ ਨੇ ਜੋਗੀਆਂ ਦੇ, ਆਹੀ ਪੰਥ ਮੁੱਖ ਪੰਥ ਹੈ। ਸਾਰਿਆਂ ਦੇ ਅੰਦਰ ਰੱਬ ਦੀ ਜੋਤ ਆਈ ਹੋਈ ਦੇਖਦੇ ਹਾਂ, ਉਹੀ ਸਾਡਾ ਆਹੀ ਪੰਥ ਹੈ। ਸਗਲ ਜਮਾਤੀ, ਸਾਰੇ ਸਾਧੂ ਮਹਾਤਮਾ ਰੱਬ ਦਾ ਨਾਂ ਲੈਣ ਵਾਲੇ ਜਿੰਨੇ ਵੀ ਸਾਰੇ ਜਮਾਤ ਹੀ ਹੈ ਸਾਡੀ ਹੈ।
ਮਨ ਜੀਤਾ ਜਗ ਜੀਤ। ਦੁਨੀਆ ਨੂੰ ਜਿੱਤਣ ਦਾ ਸਾਡਾ ਪ੍ਰਯੋਜਨ, ਮਨ ਨੂੰ ਜਿੱਤਣਾ ਸਾਡਾ ਕਾਰਜ ਹੈ। ਦੁਨੀਆ ਨਹੀਂ ਜਿੱਤੀ ਜਾਂਦੀ, ਮਨ ਨੂੰ ਜਿੱਤੋ। ਜੇ ਮਨ ਨੂੰ ਜਿੱਤ ਲਿਆ, ਦੁਨੀਆ ਜਿੱਤ ਲਈ। ਜਿਨ੍ਹਾਂ ਨੇ ਦੁਨੀਆ ਜਿੱਤ ਲਈ, ਮਨ ਨਹੀਂ ਜਿੱਤਿਆ, ਉਹ ਹਾਰ ਗਏ। ਬਾਦਸ਼ਾਹ ਸਿਕੰਦਰ ਨੂੰ ਕਿਸੇ ਮਹਾਤਮਾ ਨੇ ਕਿਹਾ ਸੀ, ਦੁਨੀਆ ਜਿੱਤ ਲਈ? ਕਹਿੰਦਾ ਹਾਂ। ਕਿ ਮਨ ਜਿੱਤਿਆ? ਤੇਰਾ ਦੁਸ਼ਮਣ ਤਾਂ ਅਸਲ ਮਨ ਹੈ, ਉਹ ਤਾਂ ਤੂੰ ਜਿੱਤਿਆ ਨਹੀਂ ਹੈ। ਫਿਰ ਤੇਰੀ ਦੁਨੀਆ ਜਿੱਤੀ ਕਿਸ ਕੰਮ ਹੈ? ਅਸਲ ਤਾਂ ਤੇਰਾ ਦੁਸ਼ਮਣ ਮਨ ਹੈ। ਮਨ ਰਿਪ ਜੀਤੇ ਸਭ ਰਿਪ ਜੀਤੇ, ਰਿਪ ਨਾਮ ਦੁਸ਼ਮਣ ਦਾ। ਮਨ ਰੂਪੀ ਦੁਸ਼ਮਣ ਨੂੰ, ਜੇ ਮਨ ਰੂਪੀ ਦੁਸ਼ਮਣ ਜਿਉਂਦਾ ਤਾਂ ਸਮਝ ਲਓ ਸਾਰੇ ਦੁਸ਼ਮਣ ਜਿਉਂਦੇ ਨੇ। ਮਨ ਕਰਕੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਮਨ ਨੂੰ ਜਿੱਤ ਲਿਆ, ਇਹ ਵੀ ਜਿੱਤ ਲਿਆ। ਜੇ ਜਿਉਂਦਾ ਮਨ ਰੂਪੀ ਦੁਸ਼ਮਣ ਤਾਂ ਸਾਰੇ ਦੁਸ਼ਮਣ ਜਿਉਂਦੇ ਨੇ। ਜੇ ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਤਾਂ ਸਮਝ ਲਓ ਸਾਰੇ ਦੁਸ਼ਮਣ ਹੀ ਜਿੱਤ ਲਏ ਇਸਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਜਿੱਤ ਲਏ। ਮਨ ਜਿੱਤ ਲਿਆ ਤਾਂ ਜਗ ਜੀਤ ਲਿਆ। ਗੁਰੂ ਮਹਾਰਾਜ ਨੇ ਕਿਹਾ, ਮਨ ਜੀਤੇ ਜਗ ਜੀਤ ਪਿਆਰੇ। ਮਨ ਜੀਤੇ ਜਗ ਜੀਤ, ਮਨ ਜੀਤੇ ਜਗ ਜੀਤ ਪਿਆਰੇ। ਮਨ ਜੀਤੇ ਜਗ ਜੀਤ, ਮਨ ਜੀਤੇ ਜਗ ਜੀਤ ਪਿਆਰੇ। ਮਨ ਜੀਤੇ ਜਗ ਜੀਤ, ਮਨ ਜੀਤੇ ਜਗ ਜੀਤ ਪਿਆਰੇ। ਮਨ ਜੀਤੇ ਜਗ ਜੀਤ, ਮਨ ਜੀਤੇ ਜਗ ਜੀਤ ਪਿਆਰੇ। ਮਨ ਜੀਤੇ ਜਗ ਜੀਤ, ਮਨ ਜੀਤੇ ਜਗ ਜੀਤ ਪਿਆਰੇ। ਮਨ ਜੀਤੇ ਜਗ ਜੀਤ, ਮਨ ਜੀਤੇ ਜਗ ਜੀਤ ਪਿਆਰੇ। ਮਨ ਜੀਤੇ ਜਗ ਜੀਤ। ਮਨ ਨੂੰ ਜੀਤੋ, ਫਿਰ ਆਪੇ ਜਗ ਜੀਤਿਆ ਜਾਵੇਗਾ। ਮਨ ਜੀਤੇ ਜਗ ਜੀਤ, ਫਿਰ ਆਦੇਸ਼। ਆਦੇਸ਼ ਆਦੇਸ਼ ਗੁਰੂ ਕਹਿੰਦੇ ਅਸੀਂ ਕਰਦੇ ਹਾਂ। ਪਰਮਾਤਮਾ ਨੂੰ ਆਦੇਸ਼, ਆਦੇਸ਼ ਤਿਸਾ ਆਦੇਸ਼, ਉਸ ਨੂੰ ਸਾਰਿਆਂ ਨਾਲੋਂ ਵੱਡਾ ਆਦੇਸ਼, ਸਾਰਿਆਂ ਨਾਲੋਂ ਵੱਡੀ ਨਮਸਕਾਰ ਉਸ ਨੂੰ। ਤਿਸਾ ਆਦੇਸ਼, ਉਸ ਪਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਭ ਦਾ ਉਹ ਆਦ ਹੈ। ਅਨੀਲ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ, ਬੇਅੰਤ ਹੈ, ਅਨਾਦਿ ਹੈ। ਆਦਿ ਅੰਤ ਤੋਂ ਹੀ ਰਹਿਤ ਹੈ। ਸਾਡਾ ਆਦ ਹੈ, ਪਰੰਤੂ ਉਹ ਖੁਦ ਆਦ ਅੰਤ ਤੋਂ ਰਹਿਤ ਹੈ, ਅਨਾਦਿ ਹੈ, ਅਨਾਹਤ ਨਾਸ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ, ਹਰ ਜੁਗ ਜੁਗ ਦੇ ਵਿੱਚ ਇੱਕੋ ਹੀ ਵੇਸ, ਉਹ ਬਦਲਦਾ ਨਹੀਂ ਹੈ। ਉਹਦਾ ਰੂਪ ਨਹੀਂ ਬਦਲਦਾ ਹੈ। ਤ੍ਰੈ ਕਾਲ ਹੀ ਬਾਦ, ਆਦ ਸੱਚ ਜੁਗਾ ਸੱਚ ਹੈ, ਪੀ ਸੱਚ ਨਾਨਕ ਹੋਸੀ। ਭੁਗਤ ਗਿਆਨ ਦਇਆ ਭੰਡਾਰਨ, ਭੁਗਤ ਜੋ ਖਾਣਾ ਹੁੰਦਾ ਹੈ, ਜੋਗੀਆਂ ਦਾ ਖਾਣਾ ਹੁੰਦਾ, ਭੁਗਤ ਭੰਡਾਰਾ, ਭੋਜਨ ਗਿਆਨ ਦਾ ਭੰਡਾਰਾ ਚੱਲਦਾ ਹੈ। ਭਾਈ ਗੁਰੂ ਘਰ ਦੇ ਵਿੱਚ ਜਿੱਥੇ ਲੰਗਰ ਚੱਲਦਾ ਪੇਟ ਪੂਰਤੀ ਵਾਸਤੇ, ਆ ਗਿਆਨ ਦਾ ਭੰਡਾਰਾ। ਕੀਰਤਨ ਸਿਮਰਨ ਬਾਣੀ, ਇਹ ਗਿਆਨ ਦਾ ਭੰਡਾਰਾ ਹੈ। ਇਹ ਗੁਰੂ ਦੇ ਸ਼ਬਦ ਦਾ ਲੰਗਰ ਹੈ। ਜਿਸ ਨੇ ਇਹ ਨਹੀਂ ਛਕਿਆ ਤੇ ਉਹ ਲੰਗਰ ਛਕ ਕੇ ਚਲੇ ਗਏ। ਬੜਾ ਸਵਾਦ ਹੁੰਦਾ ਗੁਰੂ ਘਰ ਦਾ, ਸਿੱਧਾ ਲੰਗਰ ਛਕੋ, ਗੁਰੂ ਮਹਾਰਾਜ ਨੂੰ ਜਾਂ ਮੱਥਾ ਟੇਕੋ। ਕਈ ਬਹੁਤੇ ਤਾਂ ਮੱਥਾ ਵੀ ਨਹੀਂ ਟੇਕਦੇ, ਕਈ ਉੱਦਾਂ ਨਹੀਂ ਦੇਖਿਆ, ਸਿੱਧਾ ਹੀ ਲੰਗਰ ਜਾਣਾ। ਉਹਨਾਂ ਨੇ ਤੇ ਪੁੱਛਣਾ ਕੀ ਬਣਿਆ ਹੋਇਆ, ਤੇ ਲੰਗਰ ਛਕ ਕੇ ਬਸ ਲੰਗਰ ਤੱਕ ਹੀ ਮੰਨੀ। ਭਾਈ ਇਹ ਭੰਡਾਰਾ ਵੀ ਛਕਣਾ ਹੈ, ਗੁਰੂ ਦਾ ਭੰਡਾਰਾ ਹੈ, ਗੁਰੂ ਦੇ ਸ਼ਬਦ ਦਾ ਲੰਗਰ ਹੈ, ਇਹ ਵੀ ਛਕਣਾ ਹੈ। ਇਹ ਖੁਰਾਕ ਸੁਣਨਾ ਹੈ, ਘੜੀ ਬੈਠਣਾ ਹੈ, ਬਾਣੀ ਸੁਣਨੀ ਹੈ, ਕੀਰਤਨ ਸੁਣਨਾ, ਵਿਚਾਰ ਸੁਣਨੀ ਹੈ। ਇਹ ਮਨ ਦੀ ਖੁਰਾਕ ਹੈ, ਉਹ ਤਨ ਦੀ ਖੁਰਾਕ ਹੈ। ਗੁਰੂ ਜੀ ਕਹਿੰਦੇ ਨੇ ਭੁਗਤ, ਭੁਗਤ ਜੋ ਭੋਜਨ ਛਕਣ ਵਾਲਾ, ਭੁਗਤ ਗਿਆਨ ਦਇਆ ਭੰਡਾਰਨ, ਜੋ ਦਇਆ ਧਾਰਨ ਕਰਨੀ ਭੰਡਾਰਨ, ਵਰਤਾਵਾ ਵਰਤਾਉਣ ਵਾਲਾ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ, ਜੋ ਕਿੰਗਰੀ ਵੱਜਦੀ ਹੈ, ਸ਼ੰਖ ਵੱਜਦਾ, ਧੁਨੀ ਵੱਜਦੀ ਹੈ, ਨਾਦ। ਕਹਿੰਦੇ ਜਿਹੜਾ ਘਟ ਘਟ ਦੇ ਵਿੱਚ ਪਰਮਾਤਮਾ ਨੂੰ ਸੁਣਨਾ, ਤੱਤਾਂ ਤੱਕ ਵੀ ਵਿੱਚ ਵੀ ਪਰਮਾਤਮਾ ਨੂੰ ਸੁਣਨਾ। ਧਰਤ ਆਕਾਸ, ਧਰਤ ਆਕਾਸ ਹੈ ਮੇਰੀ ਜਿੰਦੜੀ, ਇਹ ਸਭ ਹਰ ਹਰ ਧਰ ਨਾਮ ਧਿਆਵੈ ਰਾਮ। ਸਾਰੇ ਪਰਮਾਤਮਾ ਦਾ ਨਾਮ ਸੁਣਨਾ, ਇਹੀ ਜਿਹੜਾ ਹੈ ਸਾਡਾ ਉਹ ਨਾਦ ਹੈ। ਘਟ ਘਟ ਵਾਜਹਿ ਹੈ ਨਾਦ, ਆਪ ਨਾਥ ਨਾਥੀ ਸਭ ਜਾ ਕੇ ਰਿਦ ਸਿਦਾਵਰਾ ਸਾਧ। ਉਹੀ ਮਾਲਕ ਹੈ ਨਾਥ, ਜਿਹਨੇ ਸਾਰੀ ਦੁਨੀਆ ਨੱਥੀ ਹੋਈ ਹੈ। ਰਿੱਧ ਸਿਦਾਵਰਾ ਸਾ, ਰਿੱਧੀਆਂ ਸਿੱਧੀਆਂ 'ਚ ਅਸੀਂ ਪੈਂਦੇ ਨਹੀਂ। ਹੋਰ ਇਹ ਸੁਆਦ ਹੈ, ਜਿਹੜਾ ਰਿੱਧੀਆਂ ਸਿੱਧੀਆਂ 'ਚ ਪੈ ਗਿਆ ਉਹਨੂੰ ਨਾਮ ਦਾ ਰਸ ਨਹੀਂ ਫਿਰ ਆਉਂਦਾ ਹੈ, ਨਾਮ ਦੇ ਰਸ ਤੋਂ ਪਰਿਆ ਚਲਾ ਜਾਂਦਾ। ਇਸ ਕਰਕੇ ਭਗਤ ਜਿਹੜੇ ਹੁੰਦੇ ਰਿੱਧੀਆਂ ਸਿੱਧੀਆਂ 'ਚ ਨਹੀਂ, ਉਹ ਨਾ ਚਾਹੁੰਦੇ ਨੇ ਨਾ ਮੰਗਦੇ ਨੇ, ਅਤੇ ਉਹ ਜਿਹੜੇ ਹਨ ਨਾਮ ਦਾ ਰਸ ਹੀ ਚਾਹੁੰਦੇ ਆ। ਰਿੱਧ ਸਿਦਾਵਰਾ ਸਾਧ, ਉਹ ਤਾਂ ਅਵਰਾ ਦੂਜਾ ਸਾਧ ਹੈ, ਅਸੀਂ ਕਹਿੰਦੇ ਨਹੀਂ ਪੈਂਦੇ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਕੰਮ ਕਿਵੇਂ ਚੱਲਦਾ, ਸੰਜੋਗ ਅਤੇ ਵਿਜੋਗ ਚਲਾਉਂਦੇ ਨੇ।
ਪਰਮਾਤਮਾ ਦੇ ਇਹ ਜੋ ਲਿਖੇ ਹੋਏ ਨੇ, ਪਰਮਾਤਮਾ ਤੇ ਵਿਸ਼ਵਾਸ। ਸੰਜੋਗ ਵਿਜੋਦ ਕਾਰ ਚਲਾਵੇ, ਲਿਖੇ ਆਵੈ ਭਾਗ। ਆਦੇਸ ਤਿਸ ਆਦੇਸ ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਅੱਗੇ ਇਸ ਦੁਨੀਆ ਕਿਵੇਂ ਬਣੀ ਆ ਫਿਰ ਮਹਾਰਾਜ ਇਹ ਦੱਸੋ ਸ੍ਰਿਸ਼ਟੀ। ਹੁਣ ਗੁਰੂ ਮਹਾਰਾਜ ਜੀ ਵੀ ਉਹ ਦੁਨੀਆ ਦਾ ਪਸਾਰਾ ਕੋਈ ਕਿਵੇਂ ਕਹਿੰਦਾ, ਕਿਸ ਤਰ੍ਹਾਂ, ਕੌਣ ਚਲਾਉਂਦਾ, ਕਿਵੇਂ ਚੱਲਦਾ, ਇਹ ਦੱਸਣਾ ਕਰੋ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਮਾਇਆ, ਇੱਕ ਮਾਇਆ ਜਿਹੜੀ ਹੈ ਪਰਮਾਤਮਾ ਨੇ ਆਪਣੀ ਮਾਇਆ ਪੈਦਾ ਕੀਤੀ ਹੈ, ਇੱਕ ਸ਼ਕਤੀ ਪੈਦਾ ਕੀਤੀ ਹੈ। ਇੱਕ ਮਾਈ ਜੁਗਤ ਵਿਆਈ, ਜੁਗਤੀ ਦੁਆਰਾ ਉਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਢੰਗ ਤਰੀਕੇ ਦੁਆਰਾ ਜੁਗਤ ਵਿਆਈ, ਉਸ ਜਿਹੜਾ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਉਹ ਤੋਂ ਅੱਗੇ ਕੀ ਪੈਦਾ ਹੋਇਆ ਮਾਇਆ ਤੋਂ। ਇੱਕਾ ਮਾਈ ਜੁਗਤ ਵਿਆਈ, ਮਾਇਆ ਤੋਂ ਤਿੰਨ ਚੇਲੇ ਪ੍ਰਵਾਨ, ਰਾਜਗੁਣ ਤਮਗੁਣ ਸਤਗੁਣ ਤਿੰਨ ਪੈਦਾ ਹੁੰਦੇ ਨੇ। ਜਿਵੇਂ ਪਹਿਲਾਂ ਸੁਣਿਆ ਸੀ ਵਿਚਾਰ, ਇੱਕ ਜਿਹੜੀ ਹੈ, ਇੱਕ ਤੋਂ ਮੈਂ ਜਿਹੜਾ ਪਸਾਰਾ ਕਰਨਾ, ਜਿਹੜਾ ਫੁਰਨਾ ਹੀ ਪੈਦਾ, ਇਹੀ ਮਾਇਆ ਹੈ ਪਰਮਾਤਮਾ ਦੀ। ਜੋ ਪਰਮਾਤਮਾ ਦਾ ਇਹ ਫੁਰਨਾ, ਇਹੀ ਮਾਇਆ ਹੈ। ਇਹ ਤਿੰਨ ਗੁਣ ਅੱਗੇ ਰਾਜਗੁਣ ਤਮਗੁਣ ਸਤਗੁਣ ਜਿਹੜੇ ਹਨ ਮਾਇਆ ਤੋਂ ਹੀ ਪੈਦਾ ਹੁੰਦੇ ਹਨ। ਫਿਰ ਅੱਗੇ ਪੰਜੇ ਤੱਤ, ਇਸ ਤਰ੍ਹਾਂ ਗਾਹਾਂਗਾ ਸਾਰਾ ਪਸਾਰਾ ਚੱਲਦਾ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਤਿੰਨ ਚੇਲੇ ਕਿਹੜੇ ਹਨ? ਸਤੋਗੁਣੀ ਜੋ ਹਨ, ਉਹ ਹਨ ਵਿਸ਼ਨੂੰ ਜੀ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰੀ, ਸੰਸਾਰ ਨੂੰ ਡਿਊਟੀ ਭਾਂਡੇ ਘੜਨ ਦੀ ਲਾਈ ਹੋਈ ਹੈ। ਕੋਟ ਬ੍ਰਹਮੇ ਜਗ ਸਾਜਣ ਲਾਏ, ਕਰੋੜਾਂ ਬ੍ਰਹਮੇ ਜਗਤ ਨੂੰ ਸਾਜਣ ਵਾਸਤੇ ਲਾਏ ਨੇ ਅਕਾਲ ਪੁਰਖ ਨੇ, ਜਿਹੜੇ ਹਨ ਇਹ ਡਿਊਟੀਆਂ ਲਗਾਈਆਂ ਹੋਈਆਂ ਹਨ। ਇੱਕ ਇੱਕ ਬ੍ਰਹਿਮੰਡ ਦੇ ਵਿੱਚ, ਬ੍ਰਹਿਮੰਡ ਦਾ ਅੰਤ ਨਹੀਂ ਹੈ, ਕਿੰਨੇ ਕਿੰਨੇ ਅਵਤਾਰ ਨੇ। ਅਤੇ ਬਰਮਾ, ਇੱਕ ਇੱਕ ਬ੍ਰਹਮਾ ਜਿਹੜੇ ਹਨ। ਫਿਰ ਅੱਗੇ ਕਰੋੜਾਂ ਬ੍ਰਹਿਮੰਡ ਨੇ, ਕਰੋੜਾਂ ਹੀ ਬ੍ਰਹਮੇ ਨੇ। ਕਿੰਨੇ ਅਵਤਾਰ ਹੋ ਗਏ, ਕਿੰਨੇ ਬਰਮੇ ਹੋ ਗਏ। ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ। ਕੋਟਕ ਵਿਸ਼ਨ ਮਹੇਸ਼, ਕੋਟਕ ਵਿਸ਼ਨ ਮਹੇਸ਼, ਕੋਟਕ ਵਿਸ਼ਨ ਮਹੇਸ਼, ਕੋਟਕ ਵਿਸ਼ਨ ਮਹੇਸ਼। ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ। ਕੋਟ ਇੰਦਰ ਬ੍ਰਹਮਾ ਕਿਤੇ, ਕੋਟ ਇੰਦਰ ਬ੍ਰਹਮਾ ਕਿਤੇ, ਕੋਟ ਇੰਦਰ ਬ੍ਰਹਮਾ ਕਿਤੇ, ਕੋਟ ਇੰਦਰ ਬ੍ਰਹਮਾ ਕਿਤੇ। ਰਵ ਸਸ ਕਰੋੜ ਜਲੇਸ, ਰਵ ਸਸ ਕਰੋੜ ਜਲੇਸ, ਰਵ ਸਸ ਕਰੋੜ ਜਲੇਸ, ਰਵ ਸਸ ਕਰੋੜ ਜਲੇਸ। ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ, ਕਾਲ ਪੁਰਖ ਕੀ ਦੇਹ ਮੋਹ। ਕੋਟਕ ਵਿਸ਼ਨ ਮਹੇਸ਼, ਕੋਟਕ ਵਿਸ਼ਨ ਮਹੇਸ਼, ਕੋਟਕ ਵਿਸ਼ਨ ਮਹੇਸ਼, ਕੋਟਕ ਵਿਸ਼ਨ ਮਹੇਸ਼। ਧੰਨ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ, ਭਾਈ ਅਕਾਲ ਪੁਰਖ ਦੀ ਦੇਹ ਦੇ ਅੰਦਰ, ਅਕਾਲ ਪੁਰਖ ਦੇ ਵਿਰਾਟ ਸਰੂਪ ਦੇ ਅੰਦਰ ਕੋਟਕ ਵਿਸ਼ਨ, ਕਰੋੜਾਂ ਵਿਸ਼ਨੂੰ ਨੇ, ਕਰੋੜਾਂ ਸ਼ਿਵ ਜੀ ਨੇ। ਕਾਲ ਪੁਰਖ ਦੀ ਦੇਹ ਮੇਂ ਕੋਟਕ ਵਿਸ਼ਨ ਮਹੇਸ਼, ਕਰੋੜਾਂ ਮਹੇਸ਼, ਕਰੋੜਾਂ ਸ਼ਿਵ ਜੀ, ਕਰੋੜਾਂ ਵਿਸ਼ਨੂੰ। ਕੋਟ ਇੰਦਰ, ਕਰੋੜਾਂ ਇੰਦਰ, ਕੋਟ ਇੰਦਰ ਬ੍ਰਹਮਾ ਕੀਤੇ। ਕਿੰਨੇ ਹੀ ਬਰਮੇ ਨੇ, ਗਿਣਤੀ ਨਹੀਂ ਕੀ ਹੈ, ਕਰੋੜਾਂ ਹੀ ਬਰਮੇ ਨੇ ਤੇ ਵਿਰਾਟ ਪਰਮੇਸ਼ਰ ਦੇ ਸਰੂਪ ਦੇ ਅੰਦਰ। ਇੱਕ ਇੱਕ ਰੋਮ ਦੇ ਅੰਦਰ ਕਰੋੜਾਂ ਕਰੋੜਾਂ ਬ੍ਰਹਮੰਡ ਰੱਖੇ ਹੋਏ ਨੇ। ਰਵ ਸਸ ਕਰੋੜ ਜਲੇਸ, ਰਵ ਕਿੰਨੇ ਹੀ ਸੂਰਜ ਨੇ, ਕਰੋੜਾਂ, ਸਸ ਚੰਦਰਮਾ ਕਰੋੜਾਂ ਹਨ। ਰਵ ਸਸ ਕਰੋੜ ਜਲੇਸ। ਸੋ
ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਸਰਬ ਸ਼ਕਤੀਵਾਨ ਹੈ। ਸਭ ਉਸਨੇ ਸ਼ਕਤੀਆਂ ਪੈਦਾ ਕੀਤੀਆਂ ਹੋਈਆਂ ਹਨ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇਹ ਤਿੰਨ ਚੇਲੇ ਜਿਹੜੇ ਹਨ ਪ੍ਰਵਾਨ ਨੇ, ਪ੍ਰਵਾਨ ਹੋਏ, ਡਿਊਟੀਆਂ ਲੱਗੀਆਂ ਇਹਨਾਂ ਦੀਆਂ। ਇੱਕ ਸੰਸਾਰੀ, ਬ੍ਰਹਮਾ ਜੀ ਦੀ ਡਿਊਟੀ ਹੈ ਭਾਈ ਸੰਸਾਰ ਨੂੰ ਜਿਹੜਾ ਹੈਗਾ ਤੇ ਇਹ ਬਣਾਉਣਾ, ਪੈਦਾ ਕਰਨਾ ਹੈ। ਇੱਕ ਭੰਡਾਰੀ, ਇੱਕ ਫਿਰ ਜੋ ਜੀਵ ਪੈਦਾ ਕੀਤੇ ਨੇ ਉਹਨਾਂ ਨੂੰ ਰੋਜ਼ੀ ਦੇਣੀ ਹੈ। ਭਗਵਾਨ ਵਿਸ਼ਨੂੰ ਜੀ ਦੀ ਡਿਊਟੀ ਹੈ, ਉਹ ਰੋਜ਼ੀ ਦਿੰਦੇ ਹਨ। ਤੇ ਇੱਕ ਲਾਏ ਦੀ ਬਾਣ, ਬਾਣ ਮੌਤ ਰੂਪੀ ਬਾਣ ਲਾਉਂਦਾ ਹੈ ਇੱਕ ਸ਼ਿਵ ਜੀ ਭਗਵਾਨ ਦੀ ਡਿਊਟੀ ਹੈ ਕਿ ਉਹਨਾਂ ਨੇ ਜਿਹੜਾ ਹੈ ਆਪਣਾ ਮੌਤ ਰੂਪੀ ਬਾਣ ਲਾਉਣਾ ਹੈ, ਖਤਮ ਕਰਨਾ ਹੈ। ਤੇ ਇਹ ਚੱਕਰ ਇਸ ਤਰ੍ਹਾਂ ਚੱਲਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਦੀ ਮਾਇਆ ਦੁਆਰਾ, ਪ੍ਰਭੂ ਦੇ ਹੁਕਮ ਦੇ ਅੰਦਰ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਜ਼ਾ ਦੇ ਅੰਦਰ ਹਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹ ਖੁਦ ਰੱਬ ਨਹੀਂ ਹੈਗੇ ਭਾਈ ਸਾਰੇ, ਰੱਬ ਉੱਪਰ ਹੈ, ਪਰਮਾਤਮਾ ਉੱਪਰ ਹੈ, ਅਕਾਲ ਪੁਰਖ ਉੱਪਰ ਹੈ। ਜਿਵੇਂ ਭਾਉਂਦਾ ਹੈ ਉਵੇਂ ਚਲਾਉਂਦਾ ਹੈ। ਸੁਣਿਆ ਸੀ ਨਾ ਬਰਮਾ ਜੀ ਨੂੰ ਮਾਣ ਹੋ ਗਿਆ ਸੀਗਾ, ਉਹਨਾਂ ਦਾ ਮਾਣ ਦੂਰ ਕੀਤਾ। ਤੇ ਜਿੰਨੇ ਵੀ ਦੇਵੀ ਦੇਵਤੇ ਨੇ, ਭਗਵਾਨ ਵਿਸ਼ਨੂੰ ਜੀ ਹਨ ਤੇ ਇਸੇ ਤਰ੍ਹਾਂ ਮੇਸ਼ ਜੀ ਹਨ, ਬ੍ਰਹਮਾ ਜੀ ਹਨ, ਹੋਰ ਕਿੰਨਾ ਕੁਛ ਸ਼ਕਤੀਆਂ ਸਾਰੀਆਂ ਜਿਵੇਂ ਵਾਹਿਗੁਰੂ ਜੀ ਚਲਾਉਂਦੇ ਹਨ, ਜਿਵੇਂ ਉਹਨਾਂ ਨੂੰ ਭਾਉਂਦਾ ਹੈ ਉਵੇਂ ਚਲਾਉਂਦੇ ਨੇ ਸਭ ਨੂੰ। ਜਿਵ ਤੇ ਸੁਭਾਵ ਹੈ ਤੇ ਵੈ ਚਲਾਵੈ। ਇਹ ਸਾਰੀ ਸ੍ਰਿਸ਼ਟੀ ਸੰਸਾਰ ਤੇ ਡਿਊਟੀਆਂ ਨੇ ਕਿਤੇ ਦੀਆਂ ਕਿਤੇ, ਕਿਤੇ ਦੀਆਂ ਕਿਤੇ। ਆਪਾਂ ਜੀਵ ਕੋਟੀ ਵਿੱਚ ਆ ਜਾਂਦੇ ਹਾਂ, ਆਪਣੀਆਂ ਮਾੜੀਆਂ ਮੋਟੀਆਂ ਡਿਊਟੀਆਂ ਨੇ ਹੈ, ਛੋਟੇ ਛੋਟੇ ਪਰਿਵਾਰਾਂ ਦੀਆਂ ਡਿਊਟੀਆਂ ਹਨ। ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਵੇਂ ਉਹਨੂੰ ਭਾਉਂਦਾ ਹੈ ਉਵੇਂ ਹੀ ਚਲਾਉਂਦਾ ਹੈ, ਜਿਵੇਂ ਉਸਦਾ ਹੁਕਮ ਹੁੰਦਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹੋ ਵਿਡਾਣ। ਵਿਡਾਣ ਅਚਰਜ ਗੱਲ ਕੀ ਹੈ? ਉਹ ਵੇਖਿਆ, ਪਰਮਾਤਮਾ ਦੇਖਦਾ, ਅਕਾਲ ਪੁਰਖ ਤਾਂ ਦੇਖਦਾ, ਉਹਨਾਂ ਨਜ਼ਰ ਨਾ ਆਵਾ, ਉਹਨਾਂ ਨੂੰ ਦਿਖਦਾ ਹੀ ਨਹੀਂ ਹੈ। ਦੇਵੀ ਦੇਵਤਿਆਂ ਨੂੰ ਨਜ਼ਰ ਨਹੀਂ ਆਉਂਦਾ, ਪਰਮਾਤਮਾ ਹੈ। ਤੇ ਸਾਨੂੰ ਵੀ ਨਜ਼ਰ ਨਹੀਂ ਆਉਂਦਾ ਭਾਈ ਜੀਵਾਂ ਨੂੰ, ਪਰੰਤੂ ਚਲਾਉਂਦਾ ਸਾਰਾ ਕੁਛ ਕਰਦਾ। ਇਸੇ ਕਰਕੇ ਲੋਕੀ ਕਹਿੰਦੇ ਨੇ ਵੀ ਨਹੀਂ ਰੱਬ ਦਾ ਹੈ ਨਹੀਂ, ਜਿਹੜਾ ਦਿਖਦਾ ਨਹੀਂ, ਇਸ ਕਰਕੇ ਉਹ ਹੋ ਹੀ ਨਹੀਂ ਸਕਦਾ, ਨਾਸਤਕ ਹੋ ਜਾਂਦੇ ਨੇ। ਪਰੰਤੂ ਗੁਰੂ ਨਾਨਕ ਜੀ ਕਹਿੰਦੇ ਨੇ ਬੜੀ ਅਚਰਜ ਵਾਲੀ ਗੱਲ ਆ, ਉਹ ਦੇਖਦਾ, ਉਹ ਤਾਂ ਖੁਦ ਦੇਖਦਾ ਨਾ। ਸਦ ਸੁਣਦਾ ਸਦ ਵੇਖਦਾ, ਸਦਾ ਹੀ ਸੁਣਦਾ ਵੀ ਹੈ ਤੇ ਸਦਾ ਹੀ ਵੇਖਦਾ ਵੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਬੁਰਿਆਂ ਭਲਿਆਂ ਦੀ ਸਭ ਜਾਣਦਾ ਉਹ, ਘਟ ਘਟ ਦੀ ਜਾਣਦਾ ਹੈ, ਹਰ ਇੱਕ ਦੇ ਘਟ ਹਿਰਦੇ ਦੀ ਜਾਣਦਾ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਸਾਰੇ ਇਹ ਵੀ ਜਿਹੜੇ ਹਨ ਪਰਮਾਤਮਾ ਤੋਂ ਸ਼ਕਤੀਆਂ ਤਾਕਤਾਂ ਪ੍ਰਾਪਤ ਕਰਦੇ ਨੇ, ਡਿਊਟੀਆਂ ਕਰਦੇ ਹਨ। ਪਰੰਤੂ ਅਕਾਲ ਪੁਰਖ ਨੂੰ ਜਿਹੜਾ ਹੈ ਉਹ ਦੇਖ ਨਹੀਂ ਸਕਦੇ। ਅਕਾਲ ਪੁਰਖ ਖੁਦ ਦੇਖਦਾ ਸਭ ਨੂੰ। ਉਹ ਵੇਖਿਆ ਉਹਨਾਂ ਨਜ਼ਰ ਨਾ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਜੀਵਾਂ ਨੂੰ ਤਾਂ ਕਿੱਥੇ ਨਜ਼ਰ ਆਉਂਦਾ, ਜਾਂ ਏਡੇ ਏਡੇ ਨੂੰ ਨਜ਼ਰ ਨਹੀਂ ਆਉਂਦਾ ਹੈ ਭਾਈ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਬੜੀ ਅਚਰਜਤਾ ਵਾਲੀ ਗੱਲ ਹੈ। ਇਸੇ ਕਰਕੇ ਜੀਵ ਜਿਹੜੇ ਪਰਮਾਤਮਾ 'ਚ ਆ ਜਾਂਦੇ ਨੇ, ਹੰਕਾਰ ਵਿੱਚ ਆ ਜਾਂਦੇ ਨੇ, ਭੁੱਲ ਜਾਂਦੇ ਨੇ, ਛੱਡੋ ਰੱਬ ਦਾ ਖਹਿੜਾ ਭਾਈ। ਜੋ ਦਿਖਦਾ ਨਹੀਂ ਉਹ ਹੈ ਹੀ ਨਹੀਂ, ਬੁਰੇ ਕਰਮਾਂ ਵਿੱਚ ਪੈ ਜਾਂਦੇ ਹਨ। ਨਹੀਂ, ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਉਹ ਵੇਖਿਆ, ਉਹ ਵੇਖਦਾ ਹੈ, ਅਕਾਲ ਪੁਰਖ ਦੇਖਦਾ। ਤੇ ਬਰਮਾ ਜੀ ਵਰਗੇ ਪੈਦਾ ਕਰ ਦਿੱਤੇ ਹਨ, ਪਰੰਤੂ ਪਰਮਾਤਮਾ ਦਿਖਦਾ ਨਹੀਂ। ਇਸ ਕਰਕੇ ਮਨ ਵਿੱਚ ਪੈਦਾ ਹੋ ਗਿਆ ਮੈਂ ਹੀ ਹਾਂ, ਮੈਂ ਹੀ ਪੈਦਾ ਹੋ ਗਿਆ, ਮੈਂ ਹੀ ਰੱਬ ਹੋਵਾਂਗਾ। ਤੇ ਮੇਰੀ ਉਤਪਤੀ ਮੈਂ ਕਿਵੇਂ ਹੋ ਗਿਆ, ਮੈਂ ਹੀ ਹੋਵਾਂਗਾ, ਹੋਰ ਕੁਛ ਨਜ਼ਰ ਤਾਂ ਆ ਨਹੀਂ ਰਿਹਾ ਕਿੱਥੇ। ਪਾਣੀਓ ਪਾਣੀ ਸਾਰਿਆ ਇੱਕ ਕਮਲ ਜਿਹਾ ਹੈ, ਫੁੱਲ, ਕਹਿੰਦੇ ਇਹਦੇ ਵਿੱਚੋਂ ਹੀ ਤੇਰੀ ਉਤਪਤੀ ਹੋਈ ਹੈ, ਤੇਰੀ ਉਤਪਤੀ ਇਹਦੇ ਵਿੱਚੋਂ ਹੋਈ ਹੈ। ਇਹ ਕਿਵੇਂ ਹੋ ਸਕਦਾ ਹੈ? ਪਰਮਾਤਮਾ ਨਜ਼ਰ ਨਹੀਂ ਆਉਂਦਾ। ਇਸ ਕਰਕੇ ਹਉਮੈ ਦੇ ਵਿੱਚ ਆ ਗਏ ਅਸੀਂ ਵੀ। ਜੀਵ ਤਾਂ ਫਿਰ ਮਾੜੇ ਮੋਟੇ ਕਹਿਣ ਦੀ ਕੀ ਗੱਲ ਹੈ, ਤਾਂ ਹਉਮੈ ਮਮਤਾ ਕਰਤਾ ਲਈ ਜੀ ਮਾਇਆ ਪਈ ਹੋਏ ਤਾਂ ਉਹੀ ਭੁੱਲ ਜਾਂਦੇ ਨੇ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ, ਵੱਡੇ ਵੱਡੇ ਭੁੱਲ ਜਾਂਦੇ ਨੇ। ਜੀਵਾਂ ਦੀ ਕਿਹੜੀ ਗੱਲ ਆ ਭਾਈ, ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਗੁਰੂ ਨਾਨਕ, ਜਿਨ੍ਹਾਂ ਨੂੰ ਸੰਗਤ ਨਹੀਂ ਮਿਲੀ, ਬਾਣੀ ਨਹੀਂ ਮਿਲੀ, ਦੁਨੀਆ ਭੁੱਲਿਓ ਫਿਰਦੀ ਹੈ ਭਾਈ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ, ਸਿਰ ਲੱਗਾ ਜਮ ਡੰਡ ਤਾਂ ਫਿਰ ਪਛਤਾਨਿਆ।
ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰਮੁਖ ਨੂੰ ਨਜ਼ਰ ਆਉਂਦਾ ਹੈ। ਗੁਰਮੁਖ ਨੂੰ ਜਿਹੜਾ ਹੈ ਗੁਰਮੁਖ ਨਦਰੀ ਆਇਆ, ਗੁਰਮੁਖ ਪਰਮਾਤਮਾ ਨੂੰ ਦੇਖਦਾ। ਗੁਰੂ ਨਾਨਕ ਜੀ ਨੇ ਗੁਰਮੁਖ ਬਣਾਏ। ਗੁਰੂ ਨਾਨਕ ਜੀ ਨੇ ਅਕਾਲ ਪੁਰਖ ਨੂੰ ਦਿਖਾ ਦਿੱਤਾ, ਜਣਾ ਦਿੱਤਾ, ਜਿਹੜਾ ਵੱਡੇ ਵੱਡਿਆਂ ਨੇ ਦੇਖਿਆ। ਜਾ ਕੋ ਕਥਤ ਨਿਤ ਨਿਤ ਕਰ, ਜਿਹਨੂੰ ਵੇਦ ਵੀ ਸਾਰੇ ਸ਼ਾਸਤਰ ਬੇਅੰਤ ਬੇਅੰਤ ਕਹਿੰਦੇ ਸੀ, ਗੁਰੂ ਨਾਨਕ ਜੀ ਨੇ ਉਹ ਜਿਹੜਾ ਪੂਰਨ ਬ੍ਰਹਮ ਗੁਰ ਸਿੱਖਨ ਲਖਾਏ ਹੈ, ਆਪਣੇ ਪਿਆਰਿਆਂ ਨੂੰ, ਆਪਣੇ ਸਿੱਖਾਂ ਨੂੰ ਉਹ ਦਿਖਾ ਦਿੱਤਾ ਬ੍ਰਹਮ। ਇਸ ਕਰਕੇ ਤਾਂ ਫਿਰਦੇ ਨੇ ਨਾ ਖੋਜਦੇ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਭਗਵਾਨ ਸ਼ਿਵ ਵਰਗੇ ਜਿਹੜੇ ਹਨ ਬ੍ਰਹਮ ਗਿਆਨ ਨੂੰ ਲੱਭਦੇ ਨੇ, ਕਿਉਂਕਿ ਬ੍ਰਹਮ ਗਿਆਨੀ ਪਰਮੇਸ਼ਰ ਵਿੱਚ ਮਿਲੇ ਹੋਏ ਨੇ, ਰੱਬ ਦਾ ਰੂਪ ਹੋ ਗਏ ਹਨ। ਉਹ ਤਾਂ ਉਹਨਾਂ ਨੇ ਬ੍ਰਹਮ ਨੂੰ ਦੇਖ ਲਿਆ ਹੈ, ਪਰਮਾਤਮਾ ਨੂੰ ਦੇਖ ਲਿਆ, ਪਰਮੇਸ਼ਰ ਨੂੰ ਦੇਖ ਲਿਆ ਹੈ। ਗੁਰੂ ਨੇ ਦਿਖਾ ਦਿੱਤਾ। ਇਹੀ ਅਵਤਾਰਾਂ ਤੇ ਗੁਰੂ ਅਵਤਾਰਾਂ ਦਾ ਅੰਤਰ ਹੈ ਭਾਈ। ਕ੍ਰਿਸ਼ਨ ਸਦਾ ਅਵਤਾਰੀ ਰੁੱਧਾ, ਕਿਤ ਲਗ ਤਰੈ ਸੰਸਾਰ। ਹੋਵੇ ਸੰਸਾਰ ਦਾ ਉਧਾਰ ਕਿਵੇਂ ਹੋਵੇਗਾ? ਕ੍ਰਿਸ਼ਨ ਇੱਥੇ ਭਗਵਾਨ ਵਿਸ਼ਨੂੰ ਵਾਸਤੇ ਵਰਤਿਆ ਕਿ ਉਹ ਅਵਤਾਰ ਧਾਰਨ ਕਰਦੇ ਨੇ, ਪਰੰਤੂ ਦੇਖੋ। ਸੋ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਸਭ ਤੋਂ ਵੱਡਾ ਸਤਿਗੁਰੂ ਨਾਨਕ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਸ, ਮਾਨਸਾ ਤਾਰ ਤਾਰ ਦਰਸ ਦਿਖਾਏ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਬੜੀ ਅਚਰਜਤਾ ਵਾਲੀ ਗੱਲ ਹੈ। ਉਹ ਦੇਖਦਾ, ਸਾਰੀ ਦੁਨੀਆ ਨੂੰ ਦੇਖਦਾ, ਉਹਨਾਂ ਨੂੰ ਦੇਖਦਾ, ਵਰਮਾ ਜੀ ਨੂੰ ਦੇਖਦਾ। ਵਰਮਾ ਜੀ ਨੇ ਵੇਖ ਵੀ ਨਜ਼ਰ ਨਹੀਂ ਆਉਂਦਾ, ਮੈਂ ਹੀ ਹਾਂ। ਇਸ ਕਰਕੇ ਫਿਰ ਆਵਤ ਜਾਤ ਰਹਿ ਗੋਬਾਰ, ਤਾਕੋ ਅੰਤ ਨ ਜਾਈ ਲਖਣਾ। ਉਹਦੇ ਵਿੱਚ ਹੀ ਡਿੱਗ ਪਏ, ਜੁਗਾਂ ਤੱਕ ਫਿਰਦੇ ਰਹੇ। ਕਮਲ ਦੀ ਡੰਡੀ ਦਾ ਅੰਤ ਨਹੀਂ ਪਾ ਸਕੇ। ਅਕਸਰ ਨੂੰ ਬੇਨਤੀ ਕੀਤੀ ਹੈ, ਪਰਮਾਤਮਾ ਮੈਂ ਨਹੀਂ ਤੂੰ ਹਾਂ, ਮੈਨੂੰ ਤੂੰ ਸੱਚ ਕਿਹਾ ਸੀ, ਤੇਰੀ ਆਕਾਸ਼ਬਾਣੀ ਸੱਚ ਸੀ, ਮੈਨੂੰ ਬਖਸ਼ ਦੇ। ਉਦੋਂ ਹੀ ਫਿਰ ਸਥਿਰ ਹੋ ਗਏ। ਫਿਰ ਮੈਂ ਹੁਣ ਕੀ ਕਰਾਂ? ਤਪ ਕਰੋ, ਫਿਰ ਡਿਊਟੀ ਕਰਨੀ ਅੱਗੇ। ਫਿਰ ਕੋਟ ਬ੍ਰਹਮੇ ਜਗ ਸਾਜਣ ਲਾਏ। ਇਹ ਜਗਤ ਦੀ ਜਿਹੜੀ ਡਿਊਟੀ ਉਹ ਕਰ ਰਹੇ ਹਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾ। ਭਗਵਾਨ ਵਿਸ਼ਨੂੰ ਅਵਤਾਰ ਧਾਰਨ ਕਰਦੇ ਨੇ, ਲੋੜ ਪੈਣ ਤੇ ਅਵਤਾਰ ਵੀ ਧਾਰਨ ਕਰਦੇ ਨੇ। ਉਹ ਡਿਊਟੀ ਹੈ ਭਾਈ। ਲਾਏ ਦੀਵਾਨ, ਮੌਤ ਰੂਪੀ ਬਾਉਣ ਲਾਉਣ ਵਾਲੇ ਭਗਵਾਨ ਸ਼ਿਵਾ ਦੀ ਕਹਿੰਦੇ ਵੀ ਡਿਊਟੀ ਆ ਹੈ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਪਰੰਤੂ ਪਰਮਾਤਮਾ ਦੇਖਦਾ ਹੈ। ਕਿੰਨੀ ਅਚਰਜਤਾ ਵਾਲੀ ਗੱਲ ਹੈ। ਆਦੇਸ ਤਿਸੈ ਆਦੇਸ, ਉਸ ਪਰਮਾਤਮਾ ਨੂੰ, ਉਸ ਪਰਮ ਸ਼ਕਤੀ ਨੂੰ, ਉਸ ਅਕਾਲ ਪੁਰਖ ਨੂੰ ਗੁਰੂ ਨਾਨਕ ਜੀ ਕਹਿੰਦੇ ਨੇ ਆਦੇਸ ਹੈ, ਨਮਸਕਾਰ ਹੈ, ਜੈ ਹੈ। ਆਦੇਸ ਤਿਸੈ ਆਦੇਸ। ਹੇ ਜੋਗੀ ਜਨੋ, ਉਸ ਪਰਮਾਤਮਾ ਨੂੰ ਆਦੇਸ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੰਸਾਰ ਦਾ ਸਭ ਕਹਿ ਦਾ ਆਦ ਉਹੀ ਹੈ। ਉਹ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੈ, ਬੇਅੰਤ ਹੈ। ਉਹ ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨਾ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨਾ ਅੰਤ, ਅੰਤ ਨ ਜਾਪਿਆ ਕਿਆ ਮਨ ਮੰਤ, ਅੰਤ ਨ ਜਾਪਿਆ ਕੀਤਾ ਕਾਰ, ਅੰਤ ਨ ਜਾਪਿਆ ਪਾਰਾ, ਅੰਤ ਕਾਰਨ ਕੀਤੇ ਵੇਲਾ ਹੈ, ਤਾਕੇ ਅੰਤ ਨ ਪਾਏ ਜਾਏ। ਅਨੀਲ ਹੈ ਉਹ, ਗਿਣਤੀ ਤੋਂ ਹੀ ਰਹਿਤ ਹੈ, ਅਨਾਦਿ ਹੈ। ਅਨਾਦਿ ਕਈ ਜਿਹੜੇ ਸ਼ਾਸਤਰ ਨੇ, ਜੋ ਸ਼ੇਸ਼ ਸ਼ਾਸਤਰ ਨੇ, ਨਿਆਂਕ ਸ਼ਾਸਤਰ ਹੈ, ਉਹ ਕਰਮ ਨੂੰ ਅਨਾਦਿ ਮੰਨਦੇ ਹਨ। ਇਹ ਕਰਮ ਜਿਹੜਾ ਖਤਮ ਨਹੀਂ ਹੁੰਦਾ। ਪਰੰਤੂ ਕਰਮ ਕਹਾਂ ਤੇ ਆਇਆ, ਕਰਮ ਕਿੱਥੋਂ ਆ ਗਿਆ, ਕਰਮ ਕਿਵੇਂ ਬਣ ਗਿਆ? ਸੋ ਬਾਣੀ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਐਸਾ ਸਵਾਲ ਉਠਾਉਂਦੇ ਹਨ। ਪਰਮੇਸ਼ਰ ਜੋ ਹੈ ਅਕਾਲ ਪੁਰਖ, ਉਹ ਅਨਾਦਿ ਹੈ, ਸਦਾ ਤੋਂ ਹੈ। ਮਤਲਬ ਉਸਦਾ ਕੋਈ ਅੰਤ ਨਹੀਂ ਹੁੰਦਾ, ਕਦੇ ਖਤਮ ਨਹੀਂ ਹੁੰਦਾ ਹੈ। ਜਿਵੇਂ ਸਾਡੀ ਦੇਹ ਹੈ, ਜੋ ਸਰੀਰ ਹੈ, ਇਹ ਪਹਿਲਾਂ ਨਹੀਂ ਸੀ, ਹੁਣ ਹੈ, ਫੇਰ ਨਹੀਂ ਰਹੇਗੀ ਦੇਹ। ਸੋ ਪਰੰਤੂ ਜੋ ਪਰਮੇਸ਼ਰ ਹੈ ਉਹ ਅਨਾਦਿ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਰਹੇਗਾ। ਆਦ ਅਨੀਲ ਅਨਾਦ ਅਨਾਹਤ, ਹਤ ਨਾਸ ਤੋਂ ਰਹਿਤ ਹੈ। ਜੁਗ ਜੁਗ ਏਕੋ ਵੇਸ, ਜੁਗੋ ਜੁਗ ਅਟਲ ਹੈ। ਜੁਗੋ ਜੁਗ ਅਟਲ ਹੈ, ਜੁਗ ਜੁਗ ਏਕੋ ਵੇਸ। ਇੱਕ ਰਸ ਹੈ, ਇੱਕ ਹੀ ਸਰੂਪ ਹੈ ਉਸਦਾ। ਇੱਕ ਸਰੂਪ ਦੇ ਵਿੱਚ ਆ ਭਾਵ, ਮਤਲਬ ਉਸਦਾ ਜਿਹੜਾ ਸਰੂਪ ਹੈ ਉਹ ਨਹੀਂ ਚੇਂਜ ਹੁੰਦਾ। ਜਿਵੇਂ ਜਿਹੜੀਆਂ ਦੇਹਾਂ ਧਾਰਨ ਕਰਦੇ ਨੇ ਆਪਣਾ ਸਰੂਪ, ਆਪਣਾ ਕੁਛ ਹੋਰ ਹੁੰਦਾ, ਫਿਰ ਹੋਰ ਹੁੰਦਾ।
ਪਰਮੇਸ਼ਰ ਇੱਕ ਜਿਹੜਾ ਜੁਗਾਂ ਜੁਗੰਤਰਾਂ ਤੱਕ ਉਹੀ, ਉਸ ਦੀ ਸ਼ਕਤੀ ਜਿਹੜੀ ਆਬਾਦੀ ਘਟਦੀ ਨਹੀਂ। ਆਸਣ ਲੋਏ ਲੋਏ ਭੰਡਾਰ। ਕਿੱਥੇ ਲਾਏ ਹੋਏ ਨੇ ਉਹਨਾਂ ਨੇ ਆਸਣ, ਫਿਰ ਕਿੱਥੇ ਰਹਿੰਦੇ ਨੇ ਉਹ? ਆਸਣ ਲੋਏ ਲੋਏ ਭੰਡਾਰ, ਉਹਨਾਂ ਦਾ ਤਾਂ ਘਟ ਘਟ ਦੇ ਵਿੱਚ ਵਾਸਾ ਹੈ। ਲੋਏ ਲੋਏ ਹਰ ਲੋਕ ਵਿੱਚ, ਹਰ ਲੋਏ ਲੋਏ ਪ੍ਰਕਾਸ਼ ਦੀਪ ਸਭ ਜਗ੍ਹਾ ਪ੍ਰਭੂ ਦਾ ਆਸਣ ਹੈ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਉਸ ਦੇ ਜਿਹੜੇ ਭੰਡਾਰੇ ਹਨ, ਭਰੇ ਹੋਏ ਹਨ, ਸਦਾ ਪਰਿਪੂਰਨ ਹਨ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਇੱਕ ਵਾਰੀ ਹੀ ਭੰਡਾਰੇ ਬਖਸ਼ ਦਿੰਦਾ, ਜੋ ਜੀਵਾਂ ਦੇ ਕਰਮ ਲਿਖ ਦਿੰਦਾ ਸਾਰੇ, ਇੱਕ ਵਾਰੀ ਦੇ ਵਿੱਚ ਹੀ ਸਭ ਕੁਛ ਬਖਸ਼ ਦਿੰਦਾ। ਜੋ ਕੁਛ ਪਾਇਆ, ਇਹ ਸੰਸਾਰ ਜਿਹੜਾ ਬਣਾਇਆ, ਇੱਕ ਵਾਰੀ 'ਚ ਕਹਿਣ 'ਤੇ ਹੀ ਬਣਾ ਦਿੱਤਾ। ਇਹ ਨਹੀਂ ਵੀ ਪਹਿਲਾਂ ਬੰਦਰ ਸੀਗਾ, ਫਿਰ ਉਹਦੀ ਪੂਛ ਘਟੀ, ਹੌਲੀ ਫੇਰ ਬੰਦਾ ਬਣ ਗਿਆ। ਨਹੀਂ, ਸੰਸਾਰ ਉਹਨੇ ਇੱਕ ਵਾਰੀ 'ਚ ਹੀ ਬਣਾ ਦਿੱਤਾ ਹੈ। ਜਾਣਦਾ ਉਹ ਆਪੇ, ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣਾ ਸੋਈ। ਜਬ ਉਦ ਕਰਖ ਕਰਾ ਕਰਤਾਰਾ, ਭਰਜਾ ਤਰਤ ਤਬ ਦੇਹ ਅਪਾਰਾ। ਉਸ ਦੀ ਚੇਨ ਕਿਵੇਂ ਚੱਲਦੀ ਹੈ, ਕਿਵੇਂ ਡਿਊਟੀਆਂ ਚੱਲਦੀਆਂ ਨੇ, ਵੱਖਰੀ ਗੱਲ ਹੈ ਵੀ ਹਾਂ, ਪਰੰਤੂ ਸਭ ਕੁਛ ਹੈ ਉਸੇ ਦੇ ਹੁਕਮ ਨੇ, ਉਸਨੇ ਬਣਾਇਆ ਹੈ। ਭਾਵੇਂ ਬ੍ਰਹਮਾ ਬਣਾਇਆ, ਭਾਵੇਂ ਵਿਸ਼ਨੂੰ ਜੀ ਬਣਾਇਆ, ਮਹੇਸ਼ ਬਣਾਇਆ, 33 ਕੋਟ ਦੇਵੀ ਦੇਵਤਾ ਬਣਾਇਆ। ਕੰਡਾ ਬ੍ਰਥ ਮੈਂ ਸਾਜ ਕਾ, ਜਿਨ ਸਭ ਸੰਸਾਰ ਉਪਾਇਆ। ਦਸ਼ਮੇਸ਼ ਜੀ ਲਿਖਦੇ ਨੇ ਚੰਡੀ ਦੀ ਵਾਰ ਦੀ ਰਮਤਾ। ਖੰਡਾ ਬ੍ਰਥ ਮੈਂ ਸਾਜ ਕਾ, ਜਿਨ ਸਭ ਸੰਸਾਰ ਉਪਾਇਆ। ਸਿਰਜੇ ਦਾਨੋਂ ਦੇਵਤੇ, ਤਨ ਅੰਦਰ ਬਾਦ ਰਚਾਇਆ। ਦੇਵਤੇ ਸਾਜਤੇ ਉਸਨੇ, ਦੈਂਤ ਸਾਜਤੇ ਉਸਨੇ, ਉਹਨਾਂ ਦੇ ਅੰਦਰ ਵਿਵਾਦ ਵੀ ਪੈਦਾ ਹੋ ਗਿਆ। ਫਿਰ ਮਾਇਆ, ਕਿਉਂਕਿ ਮਾਇਆ ਵੀ ਪੈਦਾ ਕੀਤੀ ਹੈ, ਫਿਰ ਖੇਡ ਵੀ ਤਾਂ ਚਲਾਉਣੀ ਹੈ। ਕਾਮ ਕ੍ਰੋਧ ਲੋਭ ਹੰਕਾਰ ਨਾਲ ਪੈਦਾ ਕਰ ਦਿੱਤਾ ਹੈ, ਮਮਤਾ ਲਾ ਦਿੱਤੀ ਹੈ, ਰਾਗ ਦਵੈਸ਼ ਪੈਦਾ ਹੋ ਗਿਆ ਹੈ। ਇਹ ਪ੍ਰਭੂ ਦੀ ਰਚਨਾ ਹੈ। ਆਸਣ ਲੋ ਲਿਓ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਸੋ ਉਹ ਬਖਸ਼ਿਸ਼ਾਂ ਦਾ ਭੰਡਾਰ ਹੈ। ਜੋ ਕੁਛ ਪਾਇਆ ਸੋ ਏਕਾ ਵਾਰ, ਇੱਕ ਵਾਰੀ ਹੀ ਸੰਸਾਰ ਸਾਰਾ ਬਣਾ ਦਿੱਤਾ ਹੈ। ਲੇਖੇ ਜੋਖੇ ਜੀਵਾਂ ਦੇ ਸਾਰੇ ਇੱਕ ਵਾਰੀ ਹੀ, ਜੋ ਕੁਛ ਪਾਇਆ ਸੋ ਏਕਾ ਵਾਰ। ਸੋ ਇਹ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹੈ ਅਸਚਰਜਤਾ ਹੈ। ਸਤਿਗੁਰੂ ਨਾਨਕ ਜੀ ਫਰਮਾਉਂਦੇ ਨੇ, ਕਰ ਕਰ ਵੇਖੈ ਸਿਰਜਣਹਾਰ। ਉਹ ਜੋ ਸਿਰਜਣਹਾਰ ਹੈ ਸੰਸਾਰ ਦਾ, ਦੁਨੀਆ ਦਾ, ਸਾਰਿਆਂ ਦਾ, ਦੇਵੀ ਦੇਵਤਿਆਂ ਦਾ, ਮਨੁੱਖਾਂ ਦਾ, 84 ਲੱਖ ਜੂਨ ਦਾ, ਪੰਜਾਂ ਤੱਤਾਂ ਦਾ, ਜੋ ਕੁਛ ਵੀ ਨਜ਼ਰ ਆ ਰਿਹਾ ਹੈ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ ਕੇਤੇ, ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ ਕੇਤੇ, ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ। ਇਹ ਸਭ ਦਾ ਜੋ ਸਿਰਜਣਹਾਰ ਹੈ, ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਰ ਕਰ ਵੇਖੈ, ਕਰ ਕਰਕੇ ਦੇਖਦਾ ਹੈ, ਬਣਾ ਬਣਾ ਕੇ ਦੇਖਦਾ ਹੈ। ਬੈਠਾ ਵੇਖੈ ਵੱਖ ਅਕੇਲਾ, ਫਿਰ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ ਦੇਖਦਾ ਹੈ। ਇਹ ਪਸਾਰੇ ਨੂੰ ਦੇਖਦਾ ਹੈ, ਇਸ ਤਮਾਸ਼ੇ ਨੂੰ ਦੇਖਦਾ। ਜਿਵੇਂ ਦਸ਼ਮੇਸ਼ ਪਿਤਾ ਜੀ ਲਿਖਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਇਹ ਜਗਤ ਰੂਪੀ ਤਮਾਸ਼ੇ ਨੂੰ ਦੇਖਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ। ਬਾਜੀਗਰ ਸਵਾਂਗ ਅਕੇਲਾ, ਆਪਣੇ ਗੁਣ ਰਵੈ ਅਕੇਲਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਤੋਖੇ ਰਿਖੀ ਤੇ ਪ੍ਰਥਾਏ ਜਿਹੜਾ ਹੈ, ਜਦੋਂ ਇਹ ਸ਼ਬਦ ਉਚਾਰਨ ਕੀਤਾ, ਉਹ ਆਪਣਾ ਉਸ ਨੂੰ ਗਿਆਨ ਦਿੱਤਾ, ਬ੍ਰਹਮ ਗਿਆਨ ਵਿੱਚ ਲੈ ਕੇ ਵੀ ਇਹ ਜਿਹੜਾ ਸੰਸਾਰ ਕੀ ਹੈ, ਜੋ ਸਮਝ ਲੈਂਦਾ ਇਸ ਨੂੰ, ਫਿਰ ਇਸ ਨੂੰ ਇੱਕ ਤਮਾਸ਼ਾ ਹੀ ਦੇਖਦਾ। ਦਸ਼ਮੇਸ਼ ਪਿਤਾ ਜੀ ਲਿਖਦੇ ਨੇ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਆਪੀ ਨ ਆਪ ਸਾਜਿਓ, ਆਪੀ ਨ ਰਚਿਓ ਨਾਉ। ਦੋਏ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਕਰ ਆਸਣ ਲਾ ਕੇ ਫਿਰ ਦੇਖ ਰਿਹਾ। ਆਸਣ ਉਹਦਾ ਲੋਹ ਲੋਏ ਭੰਡਾਰ ਹੈ। ਕਰ ਆਸਣ ਡਿਠੋ ਚਾਓ, ਫਿਰ ਆਸਣ ਲਾ ਕੇ ਦੇਖ ਵੀ ਰਿਹਾ। ਹੋਰ ਕਿੱਥੇ ਵਸਦਾ? ਸੱਚਖੰਡ ਵਸੈ ਨਿਰੰਕਾਰ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਮੈਂ ਅਰ ਸੰਤ ਦੋ ਨਾਹੀ ਊਦੋ। ਮੈਂ ਹੀ ਵਸੋ ਸੰਤ ਰਿਦ ਮਾਹੀ। ਇਹ ਉਹਦੇ ਰਹਿਣ ਦੇ ਟਿਕਾਣੇ ਨੇ ਭਾਈ, ਆਸਣ ਨੇ ਉਹਦੇ। ਸੋ ਉਹ ਸਿਰਜਣਹਾਰ ਜੋ ਹੈ, ਉਹ ਦੁਆਰਾ ਪੜ੍ਹੋ।
ਕਰ ਕਰ ਵੇਖੈ ਸਿਰਜਣਹਾਰ। ਇਹ ਸ੍ਰਿਸ਼ਟੀ ਨੂੰ ਕਰ ਕਰਕੇ ਸੰਸਾਰ ਨੂੰ ਬਣਾ ਬਣਾ ਕੇ ਦੇਖਦਾ ਉਹ ਸਿਰਜਣਹਾਰ ਹਿਰਦਾ ਬਣਾਉਣ ਵਾਲਾ। ਨਾਨਕ ਸੱਚੇ ਕੀ ਸਾਚੀ ਕਾਰ। ਸੱਚੀ ਕਰਦਾ ਉਹ ਸੱਚੀ ਕਾਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਝੂਠ ਨਹੀਂ ਕਰਦਾ, ਝੂਠ ਨਹੀਂ ਚੱਲਦਾ। ਸੱਚੇ ਦੀ ਸੱਚੀ ਕਾਰ ਹੈ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਾਚੇ ਕੀ ਸਾਚੀ ਕਾਰ। ਉਹ ਅਕਾਲ ਪੁਰਖ ਸੱਚਾ ਹੈ, ਸਤ ਸਰੂਪ ਹੈ। ਜੋ ਕੁਛ ਵੀ ਕਰਦਾ ਉਹ ਸੱਚ ਹੀ ਕਰਦਾ, ਉਸਦੀ ਸੱਚੀ ਕਾਰ ਹੈ। ਨਾਨਕ ਸਾਚੇ ਕੀ ਸਾਚੀ ਕਾਰ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਕੁਛ ਵੀ ਕਰਦਾ ਉਹ ਸੱਚ ਹੀ ਕਰਦਾ ਹੈ। ਆਦੇਸ ਤਿਸੈ ਆਦੇਸ। ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਪਾਰ ਬ੍ਰਹਮ ਨੂੰ, ਨਿਰੰਕਾਰ ਨੂੰ ਆਦੇਸ਼ ਹੈ। ਆਦੇਸ਼ ਹੈ, ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ, ਸਭ ਦਾ ਜੋ ਆਦ ਹੈ, ਸਭ ਸੰਸਾਰ ਦਾ ਪਰਮਾ ਵਿਸ਼ਨੂੰ ਮੇਂ 33 ਕਰੋੜ ਦੇਵੀ ਦੇਵਤਾ, ਜੋ ਕੁਛ ਵੀ ਨਜ਼ਰ ਆਉਂਦਾ ਸੰਸਾਰ ਦਾ ਹੀ ਆਦ ਉਹ ਹੈ। ਆਦ ਅਨੀਲ ਅਨਾਦ ਅਨਾਹਤ। ਅਨੀਲ ਗਿਣਤੀਆਂ ਤੋਂ ਹੀ ਬਾਹਰ, ਉੱਥੇ ਸਭ ਗਿਣਤੀਆਂ ਮੁੱਕ ਜਾਂਦੀਆਂ ਨੇ, ਉਹ ਬੇਅੰਤ ਹੈ। ਤੂੰ ਦਰਿਆਓ ਦਾਨਾ ਵੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਆਦ ਅਨੀਲ ਅਨਾਦ, ਅਨਾਦੀ ਹੈ, ਸਦਾ ਹੀ ਰਹਿਣ ਵਾਲਾ ਹੈ ਉਹ ਸ਼ਕਤੀ। ਉਸਦੀ ਨਾ ਸ਼ਕਤੀ ਘਟਦੀ ਵੱਧਦੀ ਹੈ, ਨਾ ਕਦੇ ਉਹ ਮਰਦਾ ਹੀ ਹੈ। ਉਹ ਅਨਾਦੀ ਹੈ, ਸਦਾ ਹੀ। ਸੰਸਾਰ ਬਦਲਦਾ, ਪਰਲੋ ਮਹਾਂ ਪਰਲੋ ਕਿੰਨਾ ਕੁਛ ਸਭ ਹੋ ਜਾਂਦੇ ਨੇ। ਕਾਲ ਪਾ ਕੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਕਿਰਪਾ ਦੇ ਨਾਲ ਬਾਪ ਸਰੂਪ ਧਾਰਨ ਕਰਦੇ ਨੇ ਬ੍ਰਹਮਾ ਜੀ। ਉਹਨਾਂ ਦੀ ਵੀ ਉਮਰ ਹੈ ਜੁਗਾਂ ਦੀ, ਜੁਗਾਂ ਦੀਆਂ ਚੌਂਕੜੀਆਂ। ਇੱਕ ਦਿਨ ਉਹਨਾਂ ਦਾ ਕਲਪ ਹੁੰਦਾ, ਬ੍ਰਹਮਾ ਜੀ ਦਾ ਇੱਕ ਦਿਨ ਕਲਪ ਦਾ ਸਮਾਂ। ਕਿੰਨੀਆਂ ਚੌਂਕੜੀਆਂ ਬੀਤ ਜਾਂਦੀਆਂ ਨੇ ਜੁਗਾਂ ਦੀਆਂ। 43,20,000 ਸਾਲ ਇੱਕ ਚੌਂਕੜੀ ਹੈ। ਹਜ਼ਾਰਾਂ ਚੌਂਕੜੀਆਂ ਬੀਤ ਜਾਂਦੀਆਂ ਹਨ। ਰਹੋ ਵਿਚਾਰ, ਇੱਕ ਕਲਪ ਦੇ ਸਮੇਂ ਦੇ ਅੰਦਰ 17 ਜਿਹੜੇ ਹਨ, 14 ਇੰਦਰ ਜਿਹੜੇ ਹਨ ਰਾਜ ਕਰਕੇ ਬ੍ਰਹਮਾ ਜੀ ਦੇ ਇੱਕ ਦਿਨ ਦੇ ਵਿੱਚ ਮਿਰਤੂ ਨੂੰ ਪ੍ਰਾਪਤ ਹੋ ਜਾਂਦੇ ਹਨ। ਆਪਣੀ ਤਾਂ ਥੋੜ੍ਹੀਆਂ ਉਮਰਾਂ ਹਨ ਭਾਈ। ਦੇਵਲੋਕ ਦੀਆਂ ਵਾਰਤਾ। 14 ਇੰਦਰ ਬ੍ਰਹਮਾ ਜੀ ਦੇ ਇੱਕ ਦਿਨ ਦੇ ਵਿੱਚ ਰਾਜ ਕਰਕੇ ਮਿਰਤੂ ਨੂੰ ਪ੍ਰਾਪਤ ਹੋ ਜਾਂਦੇ ਹਨ। ਏਡੀ ਵੱਡੀ ਉਹਨਾਂ ਦੀ ਰਾਤ ਹੈ। ਫਿਰ 100 ਸਾਲ ਦੀ ਉਮਰ ਹੈ। ਜਦੋਂ ਸੰਪੂਰਨ ਹੋ ਜਾਂਦੀ ਹੈ, ਫਿਰ ਉਹਨਾਂ ਦੀ ਵੀ ਜਿਹੜੀ ਹੈ ਮਿਰਤੂ ਹੋ ਜਾਂਦੀ ਹੈ। ਇੱਕ ਦਿਨ ਬੀਤ ਜਾਂਦਾ ਭਗਵਾਨ ਸ਼ਿਵਾ ਦਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਭ ਕਾਲ ਦਾ ਤਮਾਸ਼ਾ ਹੈ। ਅਕਾਲ ਪੁਰਖ ਨੇ ਜਿਹੜਾ ਹੈ ਖੇਡ ਜਿਹੜੀ ਰਚੀ ਹੋਈ ਹੈ, ਤੇ ਇਸੇ ਤਰ੍ਹਾਂ ਜਿਹੜਾ ਹੈ ਚੱਲਦਾ ਰਹਿੰਦਾ ਸੰਸਾਰ ਦੀ ਖੇਡ ਜਿਹੜੀ ਬੇਅੰਤ ਹੈ। ਵਾਹਿਗੁਰੂ ਪਰਮੇਸ਼ਰ ਆਪ ਜਿਹੜਾ ਬੇਅੰਤ ਹੈ, ਆਪ ਗਿਣਤੀ ਮਿਣਤੀ ਤੋਂ ਬਾਹਰ ਹੈ। ਉਹਨਾਂ ਦੀ ਉਹ ਕਾਲ ਤੋਂ ਹੀ ਰਹਿਤ ਹੈ। ਉਹਨਾਂ ਦੀ ਕੋਈ ਉਮਰ ਨਹੀਂ ਹੈ, ਉਹਨਾਂ ਦੀ ਕਦੇ ਮਿਰਤੂ ਨਹੀਂ ਹੁੰਦੀ ਹੈ। ਅਨਾਦੀ ਹਨ ਉਹ ਅਕਾਲ ਪੁਰਖ। ਦੇਖੋ ਗੁਰੂ ਨਾਨਕ ਜੀ ਨੇ ਐਸੀ ਅਕਾਲ ਪੁਰਖ ਸ਼ਕਤੀ ਨੂੰ ਜਣਾਇਆ। ਅਕਾਲ ਪੁਰਖ ਦੀ ਪੂਜਾ ਕਰੋ ਭਾਈ, ਅਕਾਲ ਪੁਰਖ ਨੂੰ ਮੰਨੋ, ਅਕਾਲ ਪੁਰਖ ਦਾ ਨਾਮ ਜਪੋ ਕਰਕੇ ਖਾਲਸਾ ਅਕਾਲ ਦਾ ਪੁਜਾਰੀ ਬਣਾਇਆ। ਅਕਾਲ ਪੁਰਖ ਦੀ ਪੂਜਾ। ਸੋ ਜੋ ਆਦ ਅਨੀਲ ਅਨਾਦ ਅਨਾਹਤ, ਕਦੇ ਵੀ ਅਨਾਹਤ, ਕਦੇ ਵੀ ਉਸ ਦਾ ਨਾਸ ਨਹੀਂ ਹੁੰਦਾ ਹੈ। ਜੁਗ ਜੁਗ ਇੱਕੋ ਵੇਸ, ਜੁਗ ਜੁਗੰਤਰਾਂ ਤੱਕ ਇੱਕੋ ਹੀ ਵੇਸ, ਇੱਕੋ ਹੀ ਸਰੂਪ ਹੈ ਉਸਦਾ। ਦੋ ਪੌੜੀਆਂ ਇੱਥੇ ਚਲੋ ਸਮਾਪਤ ਕਰ ਦਿੰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਅਕਾਲ ਪੁਰਖ ਸਾਡੇ ਤੇ ਸਾਰਿਆਂ ਤੇ ਕਿਰਪਾ ਕਰਨ। ਅੱਖਰ ਵਾਧੇ ਘਾਟੇ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨ। ਸਿੱਖੀ ਸਿਦਕ ਭਰੋਸਾ ਬਖਸ਼ਣ। ਨਾਮ ਦੀਆਂ ਦਾਤਾਂ ਬਖਸ਼ਣ। ਆਪਣੀ ਮਾਇਆ ਤੋਂ ਆਪ ਹੀ ਬਚਾ ਕੇ ਰੱਖਣ। ਆਪਣੀ ਚਰਨ ਸ਼ਰਨ ਪ੍ਰਦਾਨ ਕਰਨ। ਆਪਣੀ ਭਗਤੀ ਦੀ ਦਾਤ ਦੇਣ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ, ਨਿੰਦਾ ਚੁਗਲੀ ਈਰਖਾ ਤੋਂ ਬਚਾ ਕੇ ਆਪਣੇ ਚਰਨ ਸ਼ਰਨ ਪ੍ਰਦਾਨ ਕਰਨ। ਇਹੀ ਵੱਡੀ ਗੱਲ ਹੈ। ਫਿਰਤ ਫਿਰਤ ਪ੍ਰਵਾਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ। ਹੇ ਗੋਵਿੰਦ ਹੇ ਗੋਪਾਲ, ਹੇ ਦਇਆਲ ਲਾਲ।
ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਲੇਖਕ ਤੇ ਨ ਛੂਟੀਐ ਖਿਨ ਖਿਨ ਭੁਲਣ ਹਾਰ। ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚੋਏ ਹੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾਰ। ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।